ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ 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 ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ, ਆਪ ਸੰਗਤ ਵਡਭਾਗੇ ਹੋ ਜਿਨ੍ਹਾਂ ਨੇ ਸਤਿਗੁਰਾਂ ਦੀ ਅਪਾਰ ਕਿਰਪਾ ਪ੍ਰਾਪਤ ਕੀਤੀ ਹੈ। ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਪਿਆਰ ਹੀ ਮਿਲਦਾ ਹੈ। ਮਹਾਰਾਜ ਦਾ ਸ਼ਬਦ ਹੈ, ਥਿਰ ਘਰ ਬੈਸੋ ਹਰਿ ਜਨ ਪਿਆਰੇ। ਕਹਿੰਦੇ ਜੇ ਕੋਈ ਦੁਨੀਆ ਦੇ ਉੱਤੇ ਥਿਰ ਘਰ ਹੈ ਨਾ, ਉਹ ਹੈ ਗੁਰੂ ਨਾਨਕ ਦਾ ਘਰ। ਆਪਣੇ ਘਰ ਭਾਵੇਂ ਕਿਤਨੇ ਵੀ ਪੱਕੇ ਹਨ, ਪਰ ਉਹ ਥਿਰ ਨਹੀਂ ਹਨ। ਉਹ ਘਰ ਇੱਕ ਦਿਨ ਛੱਡਣੇ ਪੈਣੇ ਹਨ।
ਪਰ ਮਹਾਰਾਜ ਕਹਿੰਦੇ ਥਿਰ ਘਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਹਿੰਦੇ ਇਹ ਜਿਹੜਾ ਘਰ ਹੈ ਥਿਰ ਘਰ ਹੈ। ਇਹ ਘਰ ਇੱਕ ਵਾਰ ਪ੍ਰਾਪਤ ਹੋ ਜਾਵੇ ਫਿਰ ਦੁਬਾਰਾ ਛੱਡਣਾ ਨਹੀਂ ਪਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦਇਆ ਕਰਦੇ ਹਨ। ਕਹਿੰਦੇ ਥਿਰ ਘਰ ਬੈਸੋ ਹਰਿ ਜਨ ਪਿਆਰੇ। ਕਹਿੰਦੇ ਬਹਿ ਜਾਓ ਭਾਈ, ਤੁਸੀਂ ਬੈਠੇ ਆ, ਬਹਿੰਦਾ ਨਹੀਂ ਕੋਈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਬਹਿ ਜਾ ਕਰ। ਤੇ ਅੱਗੋਂ ਜਗਿਆਸੂ ਕਹਿੰਦਾ ਮਹਾਰਾਜ ਕੀ ਦਓਗੇ? ਤੇ ਮਹਾਰਾਜ ਸਾਹਿਬ ਕਹਿੰਦੇ ਕਿਸੇ ਦੇ ਘਰ 10 ਮਿੰਟ ਬਵੇਂ ਕੀ ਦਿੰਦਾ ਹੁੰਦਾ? ਕਹਿੰਦੇ ਜੀ ਜਲ ਪਾਣੀ ਤੇ ਪਿਆਰ। ਤੇ ਮਹਾਰਾਜ ਕਹਿੰਦੇ ਮੇਰੇ ਘਰ ਆ ਕੇ ਬੈਠੇਗਾ ਤੇ ਤੈਨੂੰ ਕੁਛ ਵੀ ਨਹੀਂ ਮਿਲੇਗਾ। ਆਖੋ ਸਤਿਨਾਮ ਵਾਹਿਗੁਰੂ। ਮਹਿਸੂਸ ਕਰਿਆ ਕਿਸੇ ਸੱਜਣ ਦੇ ਘਰ ਜਾਈਏ ਨਾ 10-20 ਮਿੰਟ ਵਾਸਤੇ ਕਿੰਨਾ ਪਿਆਰ ਕਰਦਾ। ਤੇ ਤੁਸੀਂ ਹੁਣ ਪਰਮੇਸ਼ਰ ਦੇ ਘਰ 'ਚ ਬੈਠੇ ਆ ਤੇ ਹੋ ਸਕਦਾ ਵੀ ਇਹਦੇ ਘਰ ਕੋਈ ਬਵੇ ਤੇ ਉਹਨੂੰ ਖਾਲੀ ਮੋੜ ਦਿਆ ਹੋ ਸਕਦਾ। ਵਾਹਿਗੁਰੂ। ਤੁਹਾਰੇ ਕਹਿੰਦੇ ਥਿਰ ਘਰ ਬੈਸੋ ਹਰਿ ਜਨ ਬਹਿ ਜਿਆ ਕਰ। ਕਹਿੰਦੇ ਮਹਾਰਾਜ ਮੇਰੇ ਕੰਮ ਕਾਰ ਬੜੇ ਧੰਦੇ ਬੜੇ, ਮੈਂ ਬਹਿ ਨਹੀਂ ਸਕਦਾ। ਮਹਾਰਾਜ ਕਹਿੰਦੇ ਸਤਿਗੁਰ ਤੁਮਰੇ ਕਾਜ ਸਵਾਰੇ। ਕਹਿੰਦੇ ਜਿਹੜੇ ਤੇਰੇ ਕਾਰਜ ਆ ਮੈਨੂੰ ਸਵਾਰਨੇ ਆ। ਕਿਉਂਕਿ ਜਿੰਨਾ ਚਿਰ ਉੱਧਰੋਂ ਸਹੀ ਨਹੀਂ ਪੈਂਦੀ, ਜਿੰਨਾ ਮਰਜ਼ੀ ਪੜ੍ਹਾਈ ਕਰ ਲਓ, ਜਿੰਨਾ ਮਰਜ਼ੀ ਕਮਾਈ ਕਰ ਲਓ, ਉਹਦੇ ਵਿੱਚ ਬਰਕਤ ਹੀ ਨਹੀਂ ਆਵੇਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਤੁਮਰੇ ਕਾਜ ਸਵਾਰੇ। ਤੇਰੇ ਕਾਰਜ ਉਹਨੇ ਸਵਾਰਨੇ ਹਨ। ਉਹਦੀ ਸੇਵਾ ਸ਼ੁਰੂ ਕਰ ਦੇ, ਉਹਦੇ ਕੋਲ ਬਹਿਣਾ ਸ਼ੁਰੂ ਕਰ ਦੇ, ਉਹਦੇ ਨਾਲ ਜੁੜਨਾ ਸ਼ੁਰੂ ਕਰ ਦੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤੀ। ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹੋਏ ਦੀਵਾਨਾਂ ਦੇ ਅੰਦਰ 5 ਬਾਣੀਆਂ ਦੇ ਜਾਪ, ਆਸਾ ਦੀ ਵਾਰ ਦਾ ਕੀਰਤਨ ਹੋਇਆ। ਆਪ ਸਭ ਸੰਗਤਾਂ ਨੇ ਆਨੰਦ ਮਾਣਿਆ ਹੈ। ਹੁਣ ਸ਼ਬਦੀ ਵਿਚਾਰ ਦਾ ਸਮਾਂ ਹੋਇਆ। ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਸ਼੍ਰੀ ਰਾਗ ਅੰਦਰ ਪਹਿਲਾ ਰਾਗ ਸ੍ਰੇਸ਼ਟ ਰਾਗ, ਤੀਜੇ ਪਾਤਸ਼ਾਹ। ਆਓ ਸਾਰੇ ਮੁਖ ਪਵਿੱਤਰ ਕਰੋ ਜੀ। ਭਲੇ ਅਮਰਦਾਸ ਗੁਣ ਤੇਰੇ, 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 ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਣ ਆਵੇ, 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 ਤੇਰੀ ਉਪਮਾ ਤੋਹਿ ਬਣ ਆਵੇ। ਮਹਾਰਾਜ ਤੇਰੀ ਉਪਮਾ ਤੈਨੂੰ ਹੀ ਸੋਭਦੀ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸ੍ਰੀ ਰਾਗ ਅੰਦਰ ਗੁਰੂ ਅਮਰਦਾਸ ਦੀ ਕਿਰਪਾ ਕਰਦੇ ਹਨ। ਮਨ ਮੁਖ ਕਰਮ ਕਮਾਵਣੇ, ਜਿਉ ਦੁਹਾਗਣ ਤਨ ਸੀਗਾਰ। ਸਾਧ ਸੰਗਤ ਇੱਕ ਗੁਰਮੁਖ ਹੁੰਦਾ, ਇੱਕ ਮਨਮੁਖ। ਗੁਰਮੁਖ ਉਹਨੂੰ ਕਹਿੰਦੇ ਆ ਵੀ ਜਿਹਦਾ ਮੁਖ ਗੁਰੂ ਵੱਲੇ ਹੋਵੇ।
ਵੀ ਗੁਰੂ ਨੇ ਆਖਿਆ ਵੀ ਅੰਮ੍ਰਿਤ ਵੇਲੇ ਉੱਠਣਾ ਤੇ ਉੱਠਣਾ ਹੀ ਹੈ। ਗੁਰੂ ਨੇ ਆਖਿਆ ਸੇਵਾ ਕਰਨੀ ਤਾਂ ਕਰਨੀ ਹੈ। ਗੁਰੂ ਨੇ ਆਖਿਆ ਕਿਰਤ ਕਰਨੀ ਤਾਂ ਕਰਨੀ। ਮਨਮੁਖ ਉਹਨੂੰ ਕਹਿੰਦੇ ਜਿਹੜਾ ਮਨ ਦੇ ਪਿੱਛੇ ਲੱਗ ਗਿਆ। ਜੇ ਤੇ ਮਨ ਨੇ ਕਹਿਤਾ ਵੀ ਸੇਵਾ ਕਰ ਲਾ ਤੇ ਕਰ ਲਈ। ਜਿੱਦਾਂ ਇੱਕ ਸਟੂਡੈਂਟ ਆ, ਬੱਚੇ ਛੋਟੇ ਆਪਣੇ, ਉਹ ਕਹਿੰਦੇ ਨਾ ਮੰਮਾ ਅੱਜ ਮੇਰਾ ਮਨ ਨਹੀਂ ਕਰਦਾ, ਮੈਂ ਸਕੂਲ ਨਹੀਂ ਜਾਣਾ। ਤੇ ਮਾਂ ਕਹਿੰਦੀ ਤੇਰਾ ਮਨ ਕਰੇ ਨਾ ਕਰੇ ਤੇ ਜਿਹੜੀ ਫੀਸ ਦਿੱਤੀ ਆ ਕਿਉਂਕਿ ਉਹਨੂੰ ਬਾਦੀ ਦਾ ਨਾ ਬੱਸੇ, ਉਹ ਰੋਂਦਾ ਧੋਂਦਾ ਜਾਂਦਾ, ਉਹਦਾ ਮਨ ਨਹੀਂ ਕਰਦਾ, ਪਰ ਉਹਨੂੰ ਫਿਰ ਵੀ ਮਾਂ ਬਿਠਾ ਦਿੰਦੀ। ਤੇ ਜਿੱਦਣ ਬੱਚਾ ਉਹ ਡਿਗਰੀ ਕਰ ਲੈਂਦਾ, ਕੁਰਸੀ ਤੇ ਬਹਿੰਦਾ ਮੈਡਲ ਲੈ ਕੇ, ਤੇ ਕਹਿੰਦਾ ਮਾਂ ਜੇ ਕਿਤੇ ਉਦਣ ਮੈਨੂੰ ਧੱਕੇ ਨਾ ਚੁੱਕ ਕੇ ਨਾ ਬਿਠਾਇਆ ਹੁੰਦਾ ਤੇ ਅੱਜ ਮੈਂ ਕੁਰਸੀ ਤੇ ਨਾ ਬੈਠਾ। ਅੱਜ ਜਿਹੜਾ ਗੁਰੂ ਨਾਲ ਜੋੜਨਾ ਬਾਣੀ ਇਹ ਵੀ ਧੱਕੇ ਨਾ ਹੀ ਆ, ਪਰ ਜਿਹੜਾ ਇਹਨਾਂ ਵੀ ਧੱਕੇ ਧੁੱਕੇ ਨਾ ਕਰ ਗਿਆ ਨਾ, ਉਹਨੂੰ ਫਿਰ ਮਹਾਰਾਜ ਨੇ ਜਦੋਂ ਆਪਣੀ ਜ਼ਿੰਦਗੀ ਮੁੱਕਣੀ ਆ, ਉਹਨੂੰ ਵਧੀਆ ਥਾਂ ਮਿਲ ਜਾਣੀ ਆਪੋ ਸਾਥ। ਵਾਹਿਗੁਰੂ। ਕਿਉਂਕਿ ਹੁਣ ਧੱਕੇ ਨਹੀਂ ਕਥਾ ਕੀਰਤਨਾ ਕਿਤੇ ਸੁਣਿਆ ਜਾਵੇ, ਨਹੀਂ ਤੇ ਬੰਦਾ ਵਿਹਲਾ ਵੀ ਹੋਵੇ ਤਾਂ ਵੀ ਸੁਣ ਨਹੀਂ ਸਕਦਾ। ਤੁਮਾਰੇ ਕੀ ਕਹਿੰਦੇ ਆ? ਹਾਂਜੀ। ਸਿਜੈ ਕੰਤ ਨ ਆਵੇ, ਨਿਤ ਨਿਤ ਹੋਏ ਖਵਾਰ। ਪਹਿਲੀ ਪੰਕਤੀ ਪੜੋ ਜੀ। ਮਨ ਮੁਖ ਕਰਮ ਕਮਾਵਣੇ, ਜਿਉ ਦੁਹਾਗਣ ਤਨ ਸ਼ਿੰਗਾਰ। ਕਹਿੰਦੇ ਜਿਹੜੇ ਮਨਮੁਖ ਬਿਰਤੀ ਦੇ ਬੰਦੇ ਆ, ਇਹਨਾਂ ਦੇ ਕਰਮ ਜਿਹੜੇ ਉਹ ਕਿੱਦਾਂ ਦੇ ਆ? ਜਿੱਦਾਂ ਕਹਿੰਦੇ ਇੱਕ ਛੁੱਟੜ ਜਨਾਨੀ। ਛੁੱਟੜ ਦਾ ਭਾਵ ਜਿਹੜਾ ਹੈ ਕਿ ਜਿਹਨੂੰ ਕਿਸੇ ਦਾ ਡਰ ਨਾ ਹੋਵੇ, ਨਾ ਉਹਦਾ ਕੋਈ ਪਤੀ ਹੋਵੇ, ਨਾ ਭਰਾ ਹੋਵੇ, ਨਾ ਚਾਚਾ ਤਾਇਆ ਹੋਵੇ, ਕਿਸੇ ਦੀ ਪਰਵਾਹ ਨਾ ਕਰਦੀ ਹੋਵੇ। ਆਖੋ ਵਾਹਿਗੁਰੂ। ਵਾਹਿਗੁਰੂ। ਭਾਵ ਮੰਦ ਭਾਗੀ ਕਰਮ ਕਰਨ ਵਾਲੀ ਜਿਹੜੀ ਬੀਬੀ ਆ, ਉਹਨੂੰ ਛੁੱਟੜ ਸ਼ਬਦ ਕਿਹਾ ਗੁਰੂ ਅਮਰਦਾਸ ਜੀ ਦਾ। ਆਮ ਹੀ ਬੀਬੀਆਂ ਲੜਦੀਆਂ ਹੋਣ ਨਾ, ਆਪਾਂ ਇੱਕ ਦੂਜੇ ਨੂੰ ਮਿਹਣਾ ਮਾਰੀਦਾ, ਇਹ ਮਿਹਣਾ ਬੜਾ ਸਖਤ ਹੈ। ਛੁੱਟੜ ਜਿਹਦਾ ਸਾਈਂ ਖਸਮ ਨਹੀਂ, ਕੋਈ ਰੱਸਾ ਨਹੀਂ, ਕੋਈ ਉਹਦੇ ਗਲ 'ਚ ਕੋਈ ਉਹਦਾ ਵਾਲੀ ਵਾਰਸ। ਮਹਾਰਾਜ ਸਾਹਿਬ ਜੀ ਕਹਿੰਦੇ ਜਿੱਦਾਂ ਉਹ ਮੰਦ ਭਾਗਣ ਇਸਤਰੀ ਜਿਹੜੀ ਮੰਦ ਕਰਮ ਕਰਦੀ ਹੈ, ਤੇ ਉਹਦੇ ਜਿਉਂ ਦੁਹਾਗਣ, ਇੱਕ ਹੁੰਦੀ ਸੁਹਾਗਣ ਜਿਹਦਾ ਸਾਈਂ ਹੋਵੇ, ਇੱਕ ਹੁੰਦੀ ਦੁਹਾਗਣ ਜਿਹਦਾ ਕੋਈ ਸਾਈਂ ਖਸਮ ਨਾ ਹੋਵੇ। ਕਹਿੰਦੇ ਉਹਦਾ ਸ਼ਿੰਗਾਰ ਕੀਤਾ ਕਿਹੜੇ ਕੰਮ ਵਾਸਤੇ ਹੈ? ਭਾਵ ਇੱਥੇ ਉਦਾਹਰਨ ਜਿਹੜੀ ਡੂੰਘੀ ਲਈ ਹੈ ਤੇ ਗੱਲ ਦੁਨਿਆਵੀ ਕੀਤੀ ਆ ਕਿ ਜਿਹੜੀ ਬੀਬੀ ਦਾ ਪਤੀ ਮਰ ਗਿਆ, ਉਹ ਬੀਬੀ ਹਾਰ ਸ਼ਿੰਗਾਰ ਕਰਕੇ ਕਿਹਨੂੰ ਦਿਖਾਉਂਦੀ ਆ? ਇੱਥੇ ਅੰਦਰੀਵੀ ਅਰਥ ਇਹ ਹੈ ਵੀ ਜਿਨ੍ਹਾਂ ਰੂਹਾਂ ਦੇ ਕੋਲ ਬਾਣੀ ਨਹੀਂ, ਸੇਵਾ ਨਹੀਂ, ਸਿਮਰਨ ਨਹੀਂ, ਉਹਨਾਂ ਦਾ ਦੁਨੀਆਦਾਰੀ 'ਚ ਵਧੀਆ ਕੱਪੜੇ ਗਹਿਣੇ ਸੋਹਣੇ ਘਰ ਬਾਰੇ ਕਿਹੜੇ ਕੰਮ ਵਾਸਤੇ ਹੈ? ਜਿਨ੍ਹਾਂ ਦੇ ਕੋਲ ਮਾਲਕ ਨਹੀਂ ਹੈ। ਉਹ ਇਸ ਤਰ੍ਹਾਂ ਉਦਾਹਰਨ ਦਿੱਤੀ ਮਹਾਰਾਜ ਨੇ ਇਸਤਰੀ ਦੇ ਪਤੀ, ਵੀ ਜਦੋਂ ਇਸਤਰੀ ਦਾ ਪਤੀ ਚਲਾ ਜਾਵੇ ਤੇ ਉਹਦਾ ਚਿੱਟਾ ਲਿਬਾਸ ਕਿਉਂ ਹੋ ਜਾਂਦਾ ਹੈ? ਕਿ ਉਹ ਸਖਣੀ ਹੋ ਗਈ, ਉਹਦਾ ਸਾਈਂ ਮਰ ਗਿਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਫਿਰ ਉਹ ਛੁੱਟੜ ਹੋ ਜੇ, ਮੰਦ ਕਰਮ ਹੋ ਜੇ, ਤੇ ਫਿਰ ਉਹ ਸ਼ਿੰਗਾਰ ਕਰਦੀ ਹੈ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਜਿਹੜੇ ਮਨਮੁਖ ਬਿਰਤੀ ਦੇ ਮਾਲਕ ਨੇ, ਉਹਨਾਂ ਨੂੰ ਵੀ ਪਰਮੇਸ਼ਰ ਜਿਹੜਾ ਵਿਸਰ ਗਿਆ। ਆਖਾਂ ਜੀਵਾ ਵਿਸਰੇ ਮਰ ਜਾ। ਉਹ ਕੋਈ ਚੰਗਾ ਕਰਮ ਨਹੀਂ ਕਰਦੇ, ਨਾ ਉਹ ਕਿਸੇ ਤੋਂ ਡਰਦੇ ਹੀ ਆ। ਹੁਣ ਇੱਕ ਚੀਜ਼ ਹੈ, ਆਪਣਾ ਸਾਈਂ ਖਸਮ ਹੈਗਾ ਵਾ, ਆਪਾਂ ਕੋਈ ਵੀ ਕੰਮ ਕਰਾਂਗੇ ਤੇ ਆਪਾਂ ਕਹਾਂਗੇ ਨਹੀਂ ਮਹਾਰਾਜ ਵੇਂਦੇ ਆ। ਨਾ ਇੱਦਾਂ ਨਾ ਕਰਿਓ, ਪਰਮੇਸ਼ਰ ਨੇ ਸਜ਼ਾ ਦੇਣੀ। ਯਾਨੀ ਆਪਾਂ ਸਿਰ ਤੇ ਸਮਝਦੇ ਆ ਨਾ, ਆਪਾਂ ਉਸੇ ਵੇਲੇ ਕਹੀਦਾ ਨਾ ਭਾਊ ਇਹ ਕੰਮ ਨਾ ਕਰਿਓ, ਲੇਖਾ ਦੇਣਾ ਪੈਣਾ। ਤੇ ਜਿਹਨੂੰ ਡਰ ਹੀ ਨਾ ਹੋਵੇ, ਉਹ ਮਨਮੁਖ ਬਿਰਤੀ ਵਾਲਾ ਕਹਿੰਦਾ ਕਿਹੜਾ ਗੁਰੂ, ਕਿਹੜਾ ਰੱਬ, ਕੁਛ ਨਹੀਂ ਹੈਗਾ, ਜੋ ਵੱਜਦਾ ਚੱਕ ਦਿਓ ਵੱਡੇ। ਅਮਰਦਾਸ ਜੀ ਕਹਿੰਦੇ ਮਨਮੁਖ ਕਰਮ ਕਮਾਵਣੇ। ਇੱਦਾਂ ਦੇ ਕਰਮ ਕਰਦਾ ਜਿਵੇਂ ਬਦ ਚਰਨ ਔਰਤ ਆਪਣੇ ਆਪ ਦੀ ਮਰਜ਼ੀ ਕਰਦੀ ਹੈ। ਸਿਜੈ ਕੰਤ ਨ ਆਵਈ, ਨਿਤ ਨਿਤ
ਚਿਤ ਹੋਏ ਖਵਾਰ। ਔਰ ਕਹਿੰਦੇ ਹੁੰਦੇ ਆ ਉਹ ਜਿੰਨਾ ਮਰਜ਼ੀ ਸ਼ਿੰਗਾਰ ਕਰੇ, ਉਹਦੀ ਸੇਜ ਦੇ ਉੱਤੇ ਪਰਮੇਸ਼ਰ ਨੇ ਨਹੀਂ ਆਉਣਾ। ਹੁਣ ਭਾਵੇਂ ਆਪਣੇ ਕੋਲੇ ਵੱਡੇ ਘਰ ਨੇ, ਸੋਨਾ ਚਾਂਦੀ ਹੈ, ਸੋਹਣੇ ਕੱਪੜੇ ਇੱਤਰ ਹੈ, ਆਪਾਂ ਬਹੁਤ ਯੋਗ ਸਾਧਨ ਵਰਤਦੇ ਹਾਂ ਸਰੀਰ ਵਾਸਤੇ, ਗੁਰੂ ਨਾਨਕ ਨੇ ਤਾਂ ਮਿਲਣਾ ਨਹੀਂ ਆਪਾਂ ਨੂੰ ਸਤਿ। ਵਾਹਿਗੁਰੂ। ਗੁਰੂ ਨਾਨਕ ਸਾਹਿਬ ਤੇ ਲਾਲੋ ਦੇ ਘਰ ਲੱਭਦੇ ਫਿਰਦੇ ਵੀ ਲਾਲੋ ਕਿੱਥੇ ਹੈ, ਜਿਹਦੀ ਮੰਜੀ ਟੁੱਟੀ ਹੋਵੇ, ਕੱਪੜੇ ਪਾਟੇ ਹੋਣ, ਸਿਰ ਦੀ ਛੱਤ ਚੋਂਦੀ ਹੋਵੇ ਤੇ ਅੰਦਰ ਪਰਮੇਸ਼ਰ ਦਾ ਨਾਮ ਹੋਵੇ। ਐਸਾ ਕਿਰਤੀ ਸਿੱਖ ਮੈਨੂੰ ਚਾਹੀਦਾ ਹੈ। ਹੁਣ ਐਸੀਆਂ ਰੂਹਾਂ ਬਹੁਤ ਘੱਟ ਨੇ ਜਿਨ੍ਹਾਂ ਦੇ ਕੋਲ ਇੰਨੀ ਕਮਾਈ ਹੋਵੇ ਵੀ ਉਹਨਾਂ ਦੀ ਸੇਜ ਦੇ ਉੱਤੇ ਕੰਤ ਭਾਵ ਪਰਮੇਸ਼ਰ ਜਿਹੜਾ ਆਵੇ। ਤੇ ਜਦੋਂ ਪਰਮੇਸ਼ਰ ਆਵੇ ਫਿਰ ਰੰਗ ਰਲੀਆਂ ਤੇ ਖੁਸ਼ੀਆਂ ਮਿਲਦੀਆਂ ਨੇ। ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਪਿਆਰ ਨਹੀਂ ਮਿਲਦਾ, ਕਹਿੰਦੇ ਨਿਤ ਨਿਤ ਹੋਏ ਖੁਆਰ, ਉਹ ਫਿਰ ਆਪਣੇ ਜੀਵਨ ਦੇ ਵਿੱਚ ਕੋਈ ਬਹੁਤਾ ਲਾਭ ਜਾਂ ਤਰੱਕੀ ਨਹੀਂ ਪ੍ਰਾਪਤ ਕਰਦੇ, ਉਹਨਾਂ ਨੂੰ ਸਦਾ ਖੁਆਰੀ ਮਿਲਦੀ ਹੈ। ਫਿਰ ਕਾ ਮਹਿਲ ਨ ਪਾਵਈ, ਨਾ ਦੀਸੈ ਘਰ ਬਾਰ। ਕਹਿੰਦੇ ਇਸ ਤਰ੍ਹਾਂ ਵਿਖਾਵੇ ਦੇ ਕਰਮਾਂ ਦੇ ਨਾਲ ਪ੍ਰਭੂ ਪਰਮੇਸ਼ਰ ਦਾ ਪਿਆਰ ਨਹੀਂ ਮਿਲਦਾ। ਲੋਕਾਂ ਸਾਹਮਣੇ ਤੇ ਚਲੋ ਤੂੰ ਧਰਮੀ ਬਾਣੀ ਗਿਆ ਤੇ ਲੋਕੀ ਤੇਰਾ ਸਤਿਕਾਰ ਵੀ ਕਰਦੇ ਆ, ਗਿਆਨੀ ਜੀ ਕਹਿੰਦੇ ਆ, ਬਾਬਾ ਜੀ ਕਹਿੰਦੇ ਆ, ਭਾਈ ਸਾਹਿਬ ਕਹਿੰਦੇ ਆ, ਤੁਹਾਨੂੰ ਵੀ ਕਹਿੰਦੇ ਆ, ਪਰ ਮਹਾਰਾਜ ਕਹਿੰਦੇ ਜਿਹੜੇ ਤੇਰੇ ਅੰਦਰਲੇ ਕੰਮ ਆ ਨਾ ਉਹ ਸਹੀ ਨਹੀਂ ਆ, ਉਹ ਪਰਮੇਸ਼ਰ ਨੂੰ ਭਾਉਂਦੇ ਨਹੀਂ। ਇਸ ਕਰਕੇ ਨਾ ਦੀਸੈ ਘਰ ਬਾਰ, ਉਹ ਪਰਮੇਸ਼ਰ ਜਿਹੜਾ ਹੈ ਉਹਦਾ ਦਰ ਤੇ ਘਰ ਦੋਵੇਂ ਤੈਨੂੰ ਨਜ਼ਰ ਨਹੀਂ ਆਉਂਦੇ, ਪ੍ਰਾਪਤ ਨਹੀਂ ਹੋਣੇ। ਇਸ ਕਰਕੇ ਵਿਖਾਵੇ ਦੇ ਕਰਮ ਕਰਨ ਵਾਲੇ ਜੀਵ ਆਪਣੇ ਆਪ ਨੂੰ ਸੰਭਾਲਣਾ ਕਰ, ਉਹ ਕਰਮ ਕਰਿਆ ਕਰ ਜਿਹੜੇ ਲੋਕ ਵੀ ਖੁਸ਼ ਹੋਣ ਤੇ ਪਰਮੇਸ਼ਰ ਵੀ। ਹੁਣ ਆਪਾਂ ਲੋਕਾਂ ਨੂੰ ਤੇ ਖੁਸ਼ ਕਰੀ ਜਾਂਦੇ ਹਾਂ, ਪਰਮੇਸ਼ਰ ਨਹੀਂ ਨਾ ਖੁਸ਼ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਪਰਮੇਸ਼ਰ ਨੂੰ ਖੁਸ਼ ਕਰਨਾ ਹੈ, ਪਿਆਰੇ ਨੂੰ ਖੁਸ਼ ਕਰਨਾ ਹੈ ਤੇ ਫਿਰ ਕੀ ਕਰਨਾ ਪਵੇਗਾ? ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਜੇ ਕੋ ਕਰੇ ਚਿਤ ਲਾਏ। ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਜੇ ਕੋ ਕਰੇ ਚਿਤ ਲਾਏ। ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਜੋ ਮੰਗੈ ਠਾਕੁਰ ਆਪਣੇ ਤੇ, ਜੋ ਮੰਗੈ ਠਾਕੁਰ ਆਪਣੇ ਤੇ। ਜੋ ਮੰਗੇ ਠਾਕੁਰ ਆਪਣੇ ਤੇ, ਜੋ ਮੰਗੇ ਠਾਕੁਰ ਆਪਣੇ ਤੇ। ਸੋਈ ਸੋਈ ਦੇਵੈ, ਸੋਈ ਸੋਈ ਦੇਵੈ, ਸੋਈ ਸੋਈ ਦੇਵੈ, ਸੋਈ ਸੋਈ ਦੇਵੈ। ਸੋਈ ਸੋਈ ਦੇਵੈ, ਸੋਈ ਸੋਈ ਦੇਵੈ, ਸੋਈ ਸੋਈ ਦੇਵੈ, ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ, ਜੋ ਮੰਗੈ ਠਾਕੁਰ ਆਪਣੇ ਤੇ। ਜੋ ਮੰਗੇ ਠਾਕੁਰ ਆਪਣੇ ਤੇ,
ਜੋ ਮਾਂਗੇ ਠਾਕੁਰ ਆਪਣੇ। ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਮਹਾਰਾਜ ਕਹਿੰਦੇ ਸਫਲ ਆ, ਚਿੱਤ ਲਾ ਕੇ ਕਰਿਆ ਕਰ। ਤੇਰਾ ਚਿੱਤ ਨਾ ਡੋਲੇ, ਇਹ ਨਾ ਹੋਵੇ ਵੀ ਸੇਵਾ ਕਰਦਿਆਂ ਵੀ ਆਖੀ ਪਤਾ ਨਹੀਂ ਮਹਾਰਾਜ ਨੇ ਦੇਣਾ ਕਿ ਨਹੀਂ, ਪਤਾ ਨਹੀਂ ਮਹਾਰਾਜ ਹੈਗੇ ਕਿ ਨਹੀਂ ਹੈਗੇ, ਮੈਂ ਨਿਤਨੇਮ ਕਿਉਂ ਕਰਾਂ, ਮੈਂ ਰੋਜ਼ ਆਉਣਾ, ਮੇਰੀ ਅਰਦਾਸ ਪੂਰੀ ਹੋਊ ਕਿ ਨਹੀਂ। ਕਹਿੰਦੇ ਇਸ ਤਰ੍ਹਾਂ ਦੁਬਿਧਾ 'ਚ ਨਹੀਂ ਪੈਣਾ, ਆਪਣੇ ਆਪ ਨੂੰ ਪੱਕਾ ਭਰੋਸੇਮੰਦ ਬਣਾ ਲੈ, ਪੱਕਾ ਨਿਸ਼ਚਾ ਕਰ ਲੈ ਕਿ ਪਰਮੇਸ਼ਰ ਹੈ ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹਾਂ, ਉਹਨੂੰ ਸਮਝ ਵੀ ਉਹ ਹੈ, ਮੇਰੇ ਕੋਲ ਹੈ, ਸਾਰੇ ਕਾਰਜ ਕਰਨ ਵਾਲਾ। ਸਿਜੈ ਕੰਤ ਨ ਆਵਈ, ਨਿਤ ਨਿਤ ਹੋਏ ਇੱਕ ਵਾਰ। ਕਹਿੰਦੇ ਇਸ ਤਰ੍ਹਾਂ ਤੇਰੇ ਆਸਣ ਤੇ ਨਹੀਂ ਉਹਨੇ ਆਉਣਾ ਕਦੇ ਵੀ, ਤੂੰ ਰੋਜ਼ ਖਵਾਰ ਹੋਣਾ ਹੈ। ਫਿਰ ਕਾ ਮਹਿਲ ਨ ਪਾਵਈ, ਨਾ ਦੀਸੈ ਕਰ ਬਾਰ। ਕਹਿੰਦੇ ਪਰਮੇਸ਼ਰ ਦਾ ਪਿਆਰ ਨਹੀਂ ਮਿਲਣਾ ਤੈਨੂੰ, ਭਾਵ ਵਿਖਾਵੇ ਦੇ ਕੰਮਾਂ ਨਾਲ ਉਹਦਾ ਦਰਬਾਰ ਵੀ ਨਹੀਂ ਦਿਸਦਾ, ਉਹਦਾ ਕਾਰੋਬਾਰ ਵੀ ਨਹੀਂ ਦਿਸਦਾ। ਦੁਨਿਆਵੀ ਦੁਨੀਆ ਦਿਸਦੀ ਹੈ, ਇਹ ਰਹਿਣੀ ਨਹੀਂ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਨਾ रहेंगे करोड़ी, ना रहेंगे हजार, गफलत करोगे तो खाओगे ਮਾਰ। मार। बेटी व बेटा को लेगो ना ਸਾਰ। दुनिया का दीवाना, ਕਹੇ ਮੁਲਕ ਮੇਰਾ, आई मौत सिर पर ना मेरा। ਨਾ ਤੇਰਾ। ਮਾਰੇ ਤਾਂ ਕਿੰਨਾ ਪਿਆਰ ਕਰਦੇ, ਕਹਿੰਦੇ ਬਾਜਾ ਸਿਆਣਾ ਬਣ ਜਾ, ਕੀ ਲੈਣਾ ਇਹਨਾਂ ਦੁਨੀਆ ਤੋਂ, ਆ ਜਾ ਕਰ ਮੇਰੇ ਕੋਲ। ਆਈ ਰੇ ਇੱਕ ਮਨ ਨਾਮ ਧਿਆਏ। ਕਹਿੰਦੇ ਹੈ ਮੇਰੇ ਭਰਾ, ਮੇਰੇ ਭਰਾਤਾ, ਇਕਾਗਰ ਹੋ ਕੇ ਨਾ ਇੱਕ ਮਨ ਨਾਮ ਤੇ ਆਏ। ਕਿਉਂ ਲਿਖਿਆ ਇੱਕ ਮਨ? ਵੀ ਜਦੋਂ ਹੁਣ ਆਪਾਂ ਇੱਥੇ ਬੈਠੇ ਆ ਨਾ, ਵੇ ਹੁਣ ਹੱਥ ਜੁੜੇ ਹੋਣ, ਚੌਂਕੜਾ ਵੱਜਿਆ ਹੋਵੇ, ਸਿਰਫ ਗੁਰੂ ਹੀ ਦਿਸੇ, ਨਾ ਕੋਈ ਵਹੁਟੀ ਦਿਸੇ, ਨਾ ਪੁੱਤ ਦਿਸੇ, ਨਾ ਕੋਈ ਜ਼ਮੀਨ ਦਿਸੇ, ਨਾ ਗੱਡੀ। ਜਿੰਨਾ ਚਿਰ ਬਹਿਣਾ ਉਹਦੀ ਇਬਾਦਤ ਵਿੱਚ ਉਹੋ ਹੀ ਦਿਸੇ। ਹੁਣ ਸਾਡਾ ਕੀ ਚੱਕਰ ਆ, ਜੇ ਅਸੀਂ ਮੋਟਰ ਤੇ ਜਾਂਦੇ ਹਾਂ ਤੇ ਸਾਨੂੰ ਗੁਰਦੁਆਰਾ ਦਿਸਦਾ, ਜੇ ਗੁਰਦੁਆਰੇ ਆਉਣੇ ਤੇ ਬਾਜ਼ਾਰ ਦਿਸੀ ਜਾਂਦਾ, ਕਾਰੋਬਾਰ ਦਿਸੀ ਜਾਂਦਾ, ਘਾਟਿਆਂ ਨੂੰ ਰੋਈ ਜਾਂਦੇ। ਸਾਡਾ ਮਨ ਇਕਾਗਰ ਨਹੀਂ ਹੋ ਰਿਹਾ। ਆਪਾਂ ਕਈ ਵਾਰੀ ਕਹਿੰਦੇ ਨਾ ਬਾਬਾ ਜੀ ਰਸ ਨਹੀਂ ਆਇਆ, ਤੇ ਮੈਂ ਕਿਹਾ ਮੈਨੂੰ ਤੇ ਆਪ ਨਹੀਂ ਆਇਆ ਅੱਜ। ਕਹਿੰਦੇ ਕਿਉਂ ਨਹੀਂ ਆਇਆ? ਮੈਂ ਕਿਹਾ ਕਥਾ ਮੈਂ ਇੱਥੇ ਕਰਦਾ ਸੀ, ਸੁਰਤ ਮੇਰੀ ਵੀ ਕਿਤੇ ਹੋਰ ਸੀ। ਇਹੀ ਗੱਲ ਆ, ਰਸ ਉਦੋਂ ਆਉਣਾ ਜਦੋਂ ਐ ਚਾਰੇ ਪਾਸਿਆਂ ਤੋਂ ਮੂੰਦ ਲਈਏ ਦਰਵਾਜ਼ੇ, 9 ਦੁਆਰੇ ਪ੍ਰਗਟ ਕੀਏ। 10ਵਾਂ ਗੁਪਤ ਹੈ, ਜਦੋਂ 9ਵੇਂ ਗੁਪਤ ਬੰਦ ਹੋ ਗਏ 10ਵਾਂ ਖੁੱਲ ਜਾਣਾ, ਪਰ 9 ਬੰਦ ਨਹੀਂ ਹੁੰਦੇ। ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਮਹਾਂਪੁਰਖ, ਉਹਨਾਂ ਦਾ ਬਚਨ ਸੀ। ਕਿਸੇ ਜ਼ਿਮੀਂਦਾਰ ਨੇ ਆਖਿਆ ਬਾਬਾ ਜੀ 10ਵਾਂ ਕਿੱਦਾਂ ਖੁੱਲ੍ਹਦਾ ਹੈ? ਸਾਧੂ ਕਹਿੰਦੇ ਕੀ ਕੰਮ ਕਰਦਾ? ਕਹਿੰਦੇ ਜੀ ਖੇਤੀਬਾੜੀ। ਕਹਿੰਦੇ ਨੱਕਾ ਵੱਧਾ ਕਦੀ? ਕਹਿੰਦੇ ਜੀ ਨੱਕੇ ਹੀ ਬੰਨਣੇ ਰੋਜ਼। ਕਹਿੰਦੇ ਬਸ ਫਿਰ ਜਿੱਦਾਂ ਨੱਕਾ ਬੰਨ੍ਹਦਾ ਇੱਦਾਂ 9 ਨੱਕੇ ਬੰਨ੍ਹਦੇ। ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਬਾਬਾ ਜੀ ਸਮਝੇ ਨਹੀਂ। ਕਹਿੰਦੇ 9 ਨੱਕੇ ਬੰਨ੍ਹਦੇ 10ਵਾਂ ਖੁੱਲ੍ਹ ਜੂਗਾ। ਕਹਿੰਦੇ ਇੱਕ ਨੱਕਾ ਬੰਨ੍ਹ ਕੇ ਦੂਜਾ ਖੋਲ੍ਹਦਾ ਨਾ ਪਾਣੀ ਨੂੰ, ਜਦੋਂ ਆਪਾਂ ਪਾਣੀ ਚੇਂਜ ਕਰੀਦਾ ਵਾਰੀ ਦਾ, ਇੱਕ ਪਾਸਿਓਂ ਬੰਨ੍ਹ ਦਈਦਾ, ਦੂਜਾ ਟੱਪਾ ਮਾਰ ਕੇ ਖੋਲ੍ਹ ਲਈਦਾ। ਕਹਿੰਦੇ ਮੈਂ ਸਮਝਿਆ ਨਹੀਂ। ਕਹਿੰਦੇ 9 ਨੱਕੇ ਬੰਨ੍ਹਦੇ, ਅੱਖਾਂ ਨੂੰ ਬੰਨ੍ਹਦੇ, ਮੂੰਹ ਵੀ ਬੰਨ੍ਹਦੇ, ਕੰਨ ਵੀ ਬੰਨ੍ਹਦੇ, ਨੱਕ ਵੀ ਬੰਨ੍ਹਦੇ, ਹੱਥ ਵੀ ਬੰਨ੍ਹਦੇ। ਕਹਿੰਦੇ ਬਾਬਾ ਜੀ ਇਹ ਬੰਨ੍ਹਣੇ ਤੇ ਔਖੇ ਬੜੇ ਆ। ਤੇ ਕਹਿੰਦੇ ਫਿਰ 10ਵਾਂ ਕਿਤੇ ਸੌਖਾ ਖੁੱਲ੍ਹ ਜਾਂਦਾ। ਆ 2 ਮਿੰਟ ਅੱਖਾਂ ਬੰਦ ਕਰੋ ਤੇ ਜੀ ਕਰਦਾ ਖੋਲ੍ਹ ਕੇ ਵੇਖ ਕੌਣ ਕੌਣ ਆਇਆ, ਤੂੰ ਕਾਹਤੋਂ ਅੱਖਾਂ ਬੰਦ ਕੀਤੀਆਂ? 2 ਮਿੰਟ ਨਾ ਬੋਲੀਏ ਤੇ ਅੰਦਰ ਜਿਹਾ ਢਿੱਡ ਫੁੱਲ ਕੇ ਇੱਥੇ ਆ ਜਾਂਦਾ ਵੀ ਸਾਰੇ ਬੋਲੇ, ਮੈਂ ਤੇ ਬੋਲਿਆ ਹੀ ਨਹੀਂ।
है। वो फिर उसे ਵੇਲੇ ਬੰਦਾ ਕਹਿੰਦਾ ਮੇਰੀ ਵੀ ਸੁਣ ਲਓ। ਉਹ ਕਹਿੰਦਾ ਢਿੱਡ ਭਰਿਆ ਗੱਲਾਂ ਨਾ ਸਾਰਾ ਵਿਹਲਾ ਕਰ ਲਈਏ। ਤੋ ਇਸੇ ਤਰ੍ਹਾਂ 2 ਮਿੰਟ ਕੰਨ ਮੂੰਦ ਲਓ। ਕੰਨ ਵੀ ਰੌਲਾ ਪਾਉਂਦੇ, ਕਹਿੰਦੇ ਨਹੀਂ ਨਹੀਂ ਖੋਲ ਸਾਨੂੰ, ਅਸੀਂ ਲੋਕਾਂ ਦੀਆਂ ਚੁਗਲੀਆਂ ਨਿੰਦਿਆ ਸੁਣਨੀਆਂ ਵਾ। ਇਹ 9 ਲੱਗੇ ਬੰਦ ਜਿੱਦਣ ਹੋਏ 10ਵੇਂ ਵੱਲ ਨੂੰ ਵਧਣਾ, ਇਹ ਬੰਦ ਹੋਣੇ ਜੀ। ਇਹ ਗਰੰਟੀ ਆ। ਬਾਪੂ ਨੇ ਪਹਿਲਾਂ ਹੀ ਕਹਿਦਾ ਚੁੱਪ ਹੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਮਤਾ। ਕਹਿੰਦੇ ਮੂੰਹ ਬੰਦ ਕਰਕੇ ਤੇ ਬਹਿ ਜਾਊਗਾ, ਅੱਖਾਂ ਅੰਦਰ ਭੜਥੂ ਪੈ ਜਾਣਾ ਉਸੇ ਵੇਲੇ। ਹੁਣ ਕਈ ਬੰਦੇ ਹੁੰਦੇ ਉਹ ਮੂੰਹੋਂ ਨਹੀਂ ਬੋਲਦੇ, ਅੰਦਰ ਉਹਨਾਂ ਦੇ ਐ ਭਰਿਆ ਪਿਆ ਜ਼ਹਿਰ। ਤੇ ਕਈ ਹੁੰਦੇ ਉਹਨਾਂ ਨੂੰ ਉਦੋਂ ਗੁੱਸਾ ਆਉਂਦਾ ਉਦੋਂ ਹੀ ਕੱਢ ਜਾਂਦੇ ਬੋਲ ਕੇ, ਉਹ ਤਾਂ ਖਾਲੀ ਰਹਿੰਦੇ ਐ। ਕਈ ਹੁੰਦੇ ਅੰਦਰ ਰੱਖੀ ਫਿਰਦੇ ਜਮ੍ਹਾਂ ਕਰਕੇ 20-20 ਸਾਲਾਂ ਦਾ ਗੁੱਸਾ, ਤੇ ਮੂੰਹ ਤੋਂ ਏਦਾਂ ਲੰਘ ਜਾਣਾ। ਕਿਸੇ ਨੇ ਕਹਿਣਾ ਇਹ ਬੋਲਦਾ ਨਹੀਂ ਵਿਚਾਰਾ। ਤੁਮਾਰੇ ਕਹਿੰਦੇ ਵਿਚਾਰਾ ਨਹੀਂ, ਇਹ ਤੇ ਅੰਦਰੋਂ ਭਰਿਆ ਪਿਆ ਖਲਾਰਾ। ਤੁਮਾਰੇ ਕਹਿੰਦੇ ਭਾਈ ਰੇ ਇੱਕ ਮਨ ਨਾਮ ਤੇ ਆਏ। ਕਹਿੰਦੇ ਜਦੋਂ ਵੀ ਜੁੜਨਾ ਫੁਰਨੇ ਨਾ ਹੋਣ, ਅਰਦਾਸ ਕਰਿਆ ਕਰ ਚੇਤਾ ਭੁੱਲ ਜੇ ਤੈਨੂੰ ਚੇਤਾ। ਆ ਹੁਣ ਫੋਨ ਵੇਖੀਦਾ ਨਾ, ਕਈ ਵਾਰੀ ਇੰਨਾ ਕਿ ਇਕਾਗਰ ਹੋ ਜਾਂਦਾ ਬੰਦਾ ਫੋਨ 'ਚ, ਉਹਨੂੰ ਚੇਤਾ ਭੁੱਲ ਜਾਂਦਾ ਵੀ ਮੈਂ ਕਿੱਥੇ ਬੈਠਾ। ਆਖੋ ਸਤਿਨਾਮ ਵਾਹਿਗੁਰੂ ਕਿ ਮੈਂ ਕਿੱਥੇ ਬੈਠਾ ਹੈ। ਇੱਕ ਆ ਵੀਡੀਓ ਆਈ ਹਾਸੇ ਦੀ, ਉਹ ਭਾਵੇਂ ਹਾਸੇ ਨਾ ਬਣਾਈ, ਮੱਝ ਚੋਣ ਜਾਂਦੇ ਆ ਤੇ ਉਹ ਫੋਨ ਦੇ ਵਿੱਚ ਵੇਖਣ ਦਿਆ ਗੇਮ, ਤੇ ਮੱਝ ਦੇ ਭੁਲੇਖੇ ਜਾਂਦਾ ਜਾਂਦਾ ਨਾ ਉਧਰ ਲੱਠਾ ਵੱਜਿਆ, ਉਧਰ ਨੂੰ ਤੁਰ ਪਿਆ ਤੇ ਬਾਪੂ ਦਾ ਮਗਰ ਸੀ ਤੇ ਫੋਨ 'ਚ ਬੈਠਾ। ਉਧਰ ਜਦੋਂ ਉਹਨੇ ਛੱਤਰ ਮਾਰਿਆ, ਕਹਿੰਦਾ ਓਏ ਅੰਨਿਆ ਓਏ ਕਮਲਿਆ ਓਏ ਇਹਨੂੰ ਛੱਡ ਦਿਓ, ਮੱਝ ਇੱਧਰ ਆ। ਤੋ ਐਸੀ ਬਾਤ ਹੋ ਜਾਂਦੀ ਹੈ ਕਿ ਇਕਾਗਰ, ਹੁਣ ਸਾਨੂੰ ਫੋਨ ਨੇ ਇਕਾਗਰ ਕਰਤਾ। ਸਾਡੇ ਲਾਗੇ ਦੁੱਧ ਉਬਲੀ ਜਾਵੇ, ਕੋਈ ਬਿਜਲੀ ਸ਼ਾਂਤ ਹੋ ਜੇ, ਕੁਛ ਵੀ ਹੋ ਜੇ, ਸਾਨੂੰ ਇਹਨੇ ਲੈ ਬੈਠਾ। ਇਹਦੇ ਵਿੱਚ ਇੰਨਾ ਕੁ ਧਿਆਨ ਜੁੜ ਜਾਂਦਾ। ਇੱਕ ਦਿਨ ਭਾਈ ਸਾਹਿਬ ਵਜਨ ਦੱਸਣ, ਕਹਿੰਦੇ ਕੋਈ ਬੰਦਾ ਬੱਸ ਦੇ ਵਿੱਚ ਬੈਠਾ ਤੇ ਉਹਨੇ ਜਾਣਾ ਕਿਤੇ ਸੀ ਤੇ ਚਲੇ ਕਿਤੇ ਗਿਆ। ਉਹ ਸਤਨਾਮ ਸ੍ਰੀ ਜਿਵੇਂ ਜਾਣਾ ਨੂਰ ਮਹਿਲ ਹੋਵੇ ਤੇ ਚਲੇ ਜਲੰਧਰ ਗਿਆ, ਮੋਬਾਈਲ ਦੇ ਵਿੱਚ ਹੀ ਖੋ ਗਿਆ, ਇੰਨਾ ਵੀ ਉਤਰਿਆ ਹੀ ਨਹੀਂ ਅੱਡੇ ਤੇ ਉੱਥੇ ਜਾ ਕੇ ਆਂਦਾ ਜੀ ਮੈਂ ਤੇ ਉੱਥੇ ਜਾਣਾ। ਉਹ ਕਹਿੰਦੇ ਸੁੱਤਾ ਸੀ? ਕਹਿੰਦਾ ਸੁੱਤਾ ਤੇ ਮੈਂ ਹੈ ਨਹੀਂ, ਮੈਂ ਜਾਗਦਾ ਸੀ। ਤੇ ਕਹਿੰਦੇ ਉਹ ਤੇ ਅੱਡਾ ਲੰਘ ਗਿਆ ਕਦੇ ਦਾ, ਤੇ ਉਹ ਦੂਜੇ ਨਾਲ ਲੜੀ ਜਾਵੇ ਕੰਡਕਟਰ ਨਾਲ ਵੀ ਤੇਰਾ ਫਰਜ਼ ਨਹੀਂ। ਉਹ ਕਹਿੰਦਾ ਮੈਂ ਇਕੱਲੇ ਨੂੰ ਫੜ ਕੇ ਉਠਾਉਣਾ, ਮੈਂ ਤੇ ਆਵਾਜ਼ ਦੇਣੀ ਵੀ ਫਲਾਣੇ ਅੱਡੇ 'ਤੇ ਉਤਰ ਜੋ। ਉਹਦਾ ਕਾਰਨ ਹੈ ਕਿ ਉਹ ਫੋਨ 'ਚ ਇਕਾਗਰ ਸੀ। ਇਹ ਬੜੀ ਬਿਮਾਰੀ ਆ, ਇਹਦੇ 'ਚ ਮਨ ਬੜੀ ਛੇਤੀ ਇਕਾਗਰ ਹੁੰਦਾ ਪਰ ਬਾਣੀ 'ਚ ਨਹੀਂ ਹੁੰਦਾ। ਆਖੋ ਸਤਿਨਾਮ। ਪੁਰਾਤਨ ਮਹਾਂਪੁਰਖ ਕਹਿੰਦੇ ਬਾਣੀ ਪੜ੍ਹਦਾ ਹੁੰਦਾ ਸੰਗਤ ਵਿੱਚ, ਤੈਨੂੰ ਇੱਦਾਂ ਦਾ ਫੀਲ ਹੋਵੇ ਵੀ ਤੈਨੂੰ ਚੇਤਾ ਭੁੱਲ ਜੇ ਕਿੱਥੇ ਬੈਠਾ। ਇੱਥੇ ਤੇ ਅਸੀਂ ਮਿੰਟ ਨੋਟ ਕਰਦੇ ਹਾਂ। ਜੇ ਪਹਿਲਾਂ ਸਮਾਪਤੀ ਹੋ ਜਾਏਗੀ ਤਾਂ ਬਾਬਾ ਜੀ ਅੱਜ ਪਹਿਲਾਂ ਹੀ ਕਰਤੀ, ਤੇ ਜੇ ਉੱਤੇ ਹੋ ਗਏ 10 ਮਿੰਟ ਬਾਬਾ ਜੀ ਤੁਸੀਂ ਨਾ ਲੇਟ ਕਰ ਦਿੰਦੇ ਆ। ਮੈਂ ਕਿਹਾ ਵੇਖ ਕਿੱਦਾਂ ਇੱਕ ਮਿੰਟ ਗਿਣਦਾ ਹੈ। ਇਹ ਕਿਤੇ ਵਿਆਹ ਸ਼ਾਦੀ 'ਚ ਗਿਆ ਹੋਵੇ ਤੇ ਇਹਨੂੰ ਪੁੱਛੇ ਵੀ ਹੁਣ ਨਹੀਂ ਲੇਟ ਹੁੰਦਾ। ਆਖੋ ਸਤਿਨਾਮ ਵਾਹਿਗੁਰੂ। ਕਈ ਵਾਰੀ ਆਪਾਂ ਇਹ ਚੀਜ਼ ਵੇਖੀ ਆ। ਇੱਕ ਸਾਡੇ ਇੱਥੇ ਮਾਤਾ ਜੀ ਕਹਿੰਦੇ ਪੁੱਤ ਤੂੰ ਲੇਟ ਨਾ ਕਰਿਆ ਕਰ, ਟਾਈਮ ਨਾਲ ਜਾਣਾ ਹੁੰਦਾ। ਇੱਕ ਦਿਨ ਮੈਂ ਪੂਰੇ ਟਾਈਮ 'ਤੇ ਸਮਾਪਤੀ ਕੀਤੀ ਕਥਾ ਦੀ, ਤੇ ਉਹ ਬੀਬੀ ਬਾਹਰ ਗੱਲੀ ਲੱਗੀ ਕਿਸੇ ਨਾਲ, ਤੇ ਮੈਂ ਹੌਲੀ ਜੀ ਜਾ ਕੇ ਗਿਆ। ਪੂਰੇ 10 ਮਿੰਟ ਗੱਲਾਂ ਕਰਦੀ ਰਹੀ, ਮੈਂ ਵੀ ਵੇਂਦਾ ਰਿਹਾ। ਮੈਂ ਵੀ ਫਿਰ ਚਲੇ ਗਿਆ। ਮੈਂ ਕਿਹਾ ਬੀਬੀ ਮੇਰੇ ਤੇ 5 ਮਿੰਟ ਉੱਤੇ ਹੋਏ ਤੇ ਤੂੰ ਰੌਲਾ ਪਾ ਛੱਡਿਆ ਵੀ ਬਾਬਾ ਲੇਟ ਨਾ ਕਰਿਆ ਕਰ, ਤੇ ਹੁਣ 10 ਮਿੰਟ ਇੱਥੇ ਗੱਲਾਂ ਵੱਢੀ ਜਾਣੀ, ਹੁਣ ਨਹੀਂ ਲੇਟ ਹੁੰਦੀ। ਆਖੋ ਸਤਿਨਾਮ ਵਾਹਿਗੁਰੂ। ਕਹਿੰਦੇ ਪੁੱਤ ਕੀ ਕਰੀਏ, ਉਹ ਰਿਸ਼ਤੇਦਾਰ ਸੀ ਮਿਲ ਕੇ ਜਾਣਦੇ ਤੇ ਫਿਰ ਹਾਲ ਚਾਲ ਤੇ ਪੁੱਛਣੇ। ਤੇ ਮੈਂ ਕਿਹਾ ਇਹ ਰਿਸ਼ਤੇਦਾਰ ਜ਼ਰੂਰੀ, ਤੇ ਜਿਹੜਾ ਵੱਡਾ ਰਿਸ਼ਤੇਦਾਰ ਉਹਦੇ ਕੋਲ ਤੇ ਜ਼ਰੂਰੀ ਨਹੀਂ ਹੈ। ਇੱਦਾਂ ਦੇ ਸਾਡੇ ਅੰਦਰ ਅਸੀਂ ਨਾ ਗੁਰੂ ਘਰ ਇੱਕ ਮਿੰਟ ਗਿਣਦੇ ਰਹਿੰਦੇ ਹਾਂ। ਤੇ ਮਹਾਰਾਜ ਦੀ ਬਾਣੀ ਕਹਿੰਦੀ ਆ ਵੀ 8 ਪਹਿਰ ਸਿਮਰੋ ਗੋਬਿੰਦ, 8 ਪਹਿਰ ਦੀ ਸਮਾਧੀ ਲੱਗੀ, ਰੱਬ ਦੇ ਪਿਆਰਿਆਂ ਦੀ 8 ਪਹਿਰ ਦੀ ਸਮਾਧੀ ਲੱਗੀ ਰੇ, ਰੱਬ ਦੇ ਪਿਆਰਿਆਂ ਦੀ। ਰਿਸ਼ਤੇਦਾਰੀ 'ਚ ਗਿਆ ਟਾਈਮ ਨਹੀਂ ਵੇਂਦਾ ਹੈ, ਪੈਲਸ 'ਚ ਗਿਆ ਟਾਈਮ ਨਹੀਂ ਵੇਂਦਾ ਹੈ, ਕਿਸੇ ਪਾਰਟੀ 'ਚ ਗਿਆ ਟਾਈਮ ਨਹੀਂ ਵੇਂਦਾ, ਕਿਸੇ ਬਾਜ਼ਾਰ ਵਿੱਚ ਦੁਕਾਨ 'ਤੇ ਸੌਦਾ ਟਾਈਮ ਨਹੀਂ ਵੇਂਦਾ। ਜਦੋਂ ਗੁਰੂ ਸਾਹਿਬ ਕਹਿੰਦੇ ਮੈਨੂੰ ਮਿਲਣਾ ਹੈ ਕਿ 1 ਮਿੰਟ ਦਾ ਹਿਸਾਬ ਰੱਖਦਾ ਹੋਏ। ਆਖੋ ਵਾਹਿਗੁਰੂ ਵਾਹਿਗੁਰੂ। ਨਹੀਂ ਪਿਆਰੇ ਏਦਾਂ ਨਾ ਕਰਿਆ ਕਰ, ਪ੍ਰੇਮ ਨਾ ਕਰਿਆ ਕਰ। ਪ੍ਰੇਮ ਅੱਗੇ ਨੇਮ ਨਹੀਂ ਹੁੰਦਾ, ਨੇਮ ਨਹੀਂ ਹੁੰਦਾ।
ਇੱਕ ਦਿਨ ਨਾ ਗੁਰੂ ਹਰਿਰਾਏ ਸਾਹਿਬ ਦੀ ਸਾਖੀ ਹੈ। ਮਹਾਰਾਜ ਦਾ ਕੋਈ ਸਿੱਖ ਸੀ ਕਾਬਲ ਦੇ ਵਿੱਚ, ਮੇਰੇ ਖਿਆਲ ਭਾਈ ਗੋਇੰਦਾ ਜੀ ਦੀ ਸਾਖੀ ਹੈ, ਗੋਇੰਦਾ ਜੀ। ਤੇ ਉਹ ਮਹਾਰਾਜ ਨੂੰ ਪਿਆਰ ਬੜਾ ਕਰਦਾ ਸੀ। ਤੇ ਇੱਕ ਦਿਨ ਉਹਨੇ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ, ਮਹਾਰਾਜ ਦੇ ਬਚਨ ਹੋਏ ਸੀ, ਕਹਿੰਦਾ ਮਹਾਰਾਜ ਮੈਂ ਜਾਣਾ ਨਹੀਂ ਤੁਹਾਡੇ ਘਰੋਂ, ਮੇਰਾ ਦਿਲ ਨਹੀਂ ਲੱਗਦਾ ਕਿਤੇ ਹੋਰ। ਮਹਾਰਾਜ ਕਹਿੰਦੇ ਜਾ ਸਿੱਖੀ ਦਾ ਪ੍ਰਚਾਰ ਕਰ, ਜਦੋਂ ਜ਼ਿਆਦਾ ਯਾਦ ਆਵੇ ਨਾ ਸਾਡੀ, ਤੇ ਕੇਸੀ ਇਸ਼ਨਾਨ ਕਰਕੇ ਨਾ ਜਪਜੀ ਸਾਹਿਬ ਦਾ ਪਾਠ ਤਨ ਮਨ ਦੇ ਨਾਲ ਕਰੀ, ਅਸੀਂ ਤੈਨੂੰ ਦਰਸ਼ਨ ਦਿਆ। ਇੱਕ ਦਿਨ ਕਹਿੰਦੇ ਉਹਨੇ ਫਿਰ ਬੜੀ ਯਾਦ ਆਈ ਤੇ ਉਹਨੇ ਕਰਕੇ ਕੇਸੀ ਇਸ਼ਨਾਨ ਜਪਜੀ ਸਾਹਿਬ ਬਿਰਤੀ ਜੋੜ ਕੇ ਪਾਠ ਕੀਤਾ। ਤੇ ਇੰਨੀ ਕੁ ਸੁਰਤ ਜੁੜ ਗਈ, ਇੱਧਰ ਗੁਰੂ ਹਰਿਰਾਏ ਸਾਹਿਬ ਜੀ ਬੈਠੇ ਆ ਕੀਰਤਪੁਰ ਸਾਹਿਬ, ਤੇ ਮਹਾਰਾਜ ਸਾਹਿਬ ਜੀ ਵੀ ਜਿਉਂ ਬੈਠੇ ਵੀ ਟਾਈਮ ਹੋ ਗਿਆ ਸਮਾਪਤੀ ਦਾ, ਤੇ ਸਿੱਖ ਪ੍ਰਸ਼ਾਦਾ ਲੈ ਕੇ ਆਏ। ਤਾਂ ਹੁਣ ਕਿਸੇ ਦੀ ਜ਼ਰੂਰਤ ਥੋੜ੍ਹਾ ਸੀ ਮਹਾਰਾਜ ਨੂੰ ਆਵਾਜ਼ ਮਾਰ ਦੇਣ, ਜੋ ਸਮਾਧੀ 'ਚ ਬੈਠੇ ਮਹਾਰਾਜ ਇੱਦਾਂ। ਸਤਿਗੁਰੂ ਆਖ ਨੇਤਰ ਮੁੰਦੇ ਆ, ਲੱਕ ਸਿੱਧਾ ਵਾ, ਕਿਸੇ ਰਸ ਦੇ ਵਿੱਚ ਚਿਹਰਾ ਖਿੜਿਆ ਹੋਇਆ। 9 ਵੱਜ 10 ਵੱਜ 11 ਵੱਜ 12 ਵੱਜ 1 ਵੱਜ। ਇੱਕ ਮਹਾਂਪੁਰਖ ਹੋਏ ਬਾਬਾ ਪ੍ਰੇਮ ਸਿੰਘ ਜੀ, ਉਹ ਸਿੰਘਾਂ ਨਾਲ ਰਹਿਰਾਸ ਸਾਹਿਬ ਦਾ ਪਾਠ ਕਰਦੇ ਕਰਦੇ ਜੀ ਇੱਥੇ ਗਾਏ ਨਾ, ਸੋ ਪੁਰਖ ਨਿਰੰਜਨ ਹਰ ਵਿਸਮਾਦ 'ਚ ਚਲੇ ਗਏ। ਸੁਰਤ ਟੇਕੀ ਤੇ ਰਾਤ ਲੰਘੀ, ਅਗਲੇ ਦਿਨ 12 ਵਜੇ ਸੁਰਤ ਟੁੱਟੀ। ਤੇ ਸਿੰਘਾਂ ਨੂੰ ਕਹਿੰਦੇ ਸਿੰਘੋ ਪਾਠ ਕਰ ਲਿਆ? ਉਹ ਕਹਿੰਦੇ ਬਾਬਾ ਜੀ ਹੁਣ ਤੇ ਅਗਲੇ ਦਿਨ ਦਾ ਪਾਠ ਦਾ ਟਾਈਮ ਹੋ ਚੱਲਿਆ। ਇਹਨੂੰ ਕਹਿੰਦੇ ਰਸ। ਇਹ ਕਥਾ ਸਾਨੂੰ ਨਹੀਂ ਸਮਝ ਆਉਣੀ। ਕਈ ਤਰਕਵਾਦੀ ਕਹਿਣਗੇ ਇੱਦਾਂ ਤੇ ਹੁੰਦਾ ਹੀ ਨਹੀਂ। ਅਸੀਂ ਤੇ ਉਹ ਹਾਂ ਵੀ ਜਿਹੜੇ 5 ਮਿੰਟ ਦੇ ਵਿੱਚ ਭੜਥੂ ਪਾਉਣ ਵਾਲੇ ਹਾਂ। ਸਾਡੇ ਕੋਲ ਬਿਰਤੀ ਨਹੀਂ ਹੈਗੀ, ਇਕਾਗਰਤਾ ਨਹੀਂ ਹੈਗੀ, ਟਿਕਾਓ ਨਹੀਂ ਹੈਗਾ। ਤੇ ਜਿੰਨਾ ਚਿਰ ਮਾਂ ਨੂੰ ਪੁੱਛ, ਮਾਂ ਬੈਠੀ ਆ ਵੀ ਦੁੱਧ ਟਿਕਦਾ ਨਹੀਂ, ਦਹੀਂ ਨਹੀਂ ਨਾ ਜੰਮਦਾ ਮਾਤਾ। ਹੁਣ ਤੁਸੀਂ ਰਾਤ ਨੂੰ ਦਹੀਂ ਜਮਾਉਣਾ ਤੇ ਮਾਤਾ ਨੇ ਕੀ ਕਰਨਾ, ਵਿੱਚ ਜਾਗ ਪਾ ਕੇ ਨਾ ਉਹਦੇ ਭਾਂਡੇ ਦੁਆਲੇ ਖੇਸ ਲਪੇਟ ਦੇਣਾ, ਉੱਪਰ ਕੋਈ ਭਾਂਡਾ ਰੱਖ ਦੇਣਾ, ਤੇ ਹੁਣ ਕਹਿਣਾ ਛੇੜਿਓ ਨਾ। ਤੇ ਪੁੱਛਿਆ ਮਾਂ ਛੇੜਿਓ ਕਿਉਂ ਨਾ? ਰਾਤ ਨੂੰ 1-2 ਵਾਰੀ ਉੱਠ ਕੇ ਵੇਖੀਏ ਵੀ ਸਹੀ। ਕਹਿੰਦੇ ਪੁੱਤ ਜੇ ਢੱਕਣ ਚੁੱਕਦਾ ਸਵੇਰ ਨੂੰ ਫਿਰ ਖਾ ਲਿਓ ਦਹੀਂ। ਇਹ ਦੁਨਿਆਵੀ ਉਦਾਹਰਨ ਹੈ ਵੀ ਕਿਸੇ ਚੀਜ਼ ਨੂੰ ਵੀ ਜੰਮਣਾ ਵਾ ਤੇ ਟਿਕਣਾ ਪੈਣਾ। ਹੁਣ ਤੁਸੀਂ ਝੋਨਾ ਲਾਇਆ ਤੇ ਉਹ ਜੀਰੀ ਜਿਹੜੀ ਹੈ ਉਹਨੂੰ ਇੱਦਾਂ ਗੜਦਾ ਕਿ ਨਹੀਂ, ਤੇ ਉਹਦੇ 'ਚ ਟਿਕ ਗਈ। ਆਪਾਂ ਕਹਿੰਦਾ ਜੀ ਹੁਣ ਪਾਣੀ ਸੁਕਾ ਦਿਓ ਜੰਮ ਜੇ ਬੂਟਾ। ਜਦੋਂ ਜੰਮ ਕੇ ਟਿਕ ਗਈ, ਬਸ 24 ਘੰਟੇ ਟਿਕ ਗਈ ਤੇ ਮੁੜ ਕੇ ਕੋਈ ਜੰਮਿਆ ਨਹੀਂ। ਹਨੇਰੀ ਝੱਖੜ ਜਿਹੜਾ ਉਸ ਬੂਟੇ ਨੂੰ ਪੁੱਟ। ਕੋਈ ਬੀਜ ਆਲੂ ਜਾਂ ਜ਼ਮੀਨ 'ਚ ਟਿਕਾ ਕੇ ਉੱਤੇ ਮਿੱਟੀ ਪਾ ਦਿਓ, 15 ਕੁ ਦਿਨ ਟਿਕ ਗਿਆ ਤੇ ਉਹਨੇ ਉੱਗ ਪੈਣਾ। ਕੋਈ ਵੀ ਬੀਜ ਬਾਹਰ ਪਿਆ ਰਵੇ ਕਦੇ ਨਹੀਂ ਜੀ ਉੱਗਦਾ। ਜਦੋਂ ਵੀ ਬੀਜ ਉੱਗਦਾ ਉਹਨੂੰ ਮਿੱਟੀ ਦੀ ਗੋਦ 'ਚ ਟਿਕਣਾ ਪੈਂਦਾ। ਕਹਿੰਦੇ ਸਿੱਖਾ ਤੂੰ ਟਿਕਦਾ ਤੇ ਹੈ ਨਹੀਂ। ਦੇਰ ਤਰੇ ਦੀ ਸਵਾਲ ਕਰੀ, ਬਾਬਾ ਜੀ ਆਹ ਕਿਵੇਂ ਹੁੰਦਾ, ਬਾਬਾ ਜੀ ਇਹ ਕਿਵੇਂ ਹੁੰਦਾ, ਬਾਬਾ ਜੀ ਯੋਗ ਕਿਵੇਂ ਹੁੰਦਾ, ਬਾਬਾ ਜੀ ਫਾਹ ਕਿਵੇਂ ਹੁੰਦਾ। ਇੱਦਾਂ ਦੇ ਸਵਾਲ ਕਰੀ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਬੀਜ ਨੂੰ ਵੀ ਟਿਕਣਾ ਪੈਂਦਾ। ਤੇ ਤੂੰ ਕਿਤੇ 5 ਮਿੰਟ ਤੇ ਟਿਕਦਾ ਨਹੀਂ ਗੁਰੂ ਕੋਲੇ। ਤੈਨੂੰ ਤੋੜਾ ਖੋਈ ਲੱਗੀ ਹੈ ਤੇ ਤੈਨੂੰ ਮਹਾਰਾਜ ਕੀ ਦੇ ਦੇਣ ਫਿਰ। ਹੁਣ ਅੱਜ ਸਾਰਿਆਂ ਦੀ ਪ੍ਰੋਬਲਮ ਇਹ ਆ ਵੀ ਕੋਈ ਟਿਕ ਨਹੀਂ ਸਕਦਾ, ਤੇ ਲਿਸਟ ਏਡੀ ਲੰਮੀ ਲਈ ਫਿਰਦੇ, ਆ ਵੀ ਦੇ ਦੇ, ਆ ਵੀ ਦੇ ਦੇ, ਆ ਵੀ। ਉਹ ਕਹਿੰਦਾ ਨਹੀਂ ਮਿਲਣਾ। ਜਿੰਨਾ ਚਿਰ ਬੀਜ ਟਿਕਿਆ ਹੀ ਨਾ ਉੱਗਣਾ ਨਹੀਂ। ਦਹੀਂ ਖਾਣਾ ਤੇ ਉਹ ਭਾਂਡੇ ਨੂੰ ਸਾਰੀ ਰਾਤ 12 ਘੰਟੇ ਛੇੜਨਾ ਨਹੀਂ ਕਿਸੇ। ਫਿਰ ਭਾਵੇਂ ਮੱਖਣੀ ਖਾਈ ਜਾਏ ਤੇ ਲੱਸੀ ਪੀ ਜਾਏ। ਇਹੀ ਚੀਜ਼ ਗੁਰਮਤਿ ਆ। ਅਭਿਆਸ ਕਰਨਾ ਪੈਣਾ, ਟਿਕਣਾ ਪੈਣਾ, ਫਿਰ ਰਸ ਵੀ ਆਊਗਾ, ਰਿਧੀਆਂ ਸਿੱਧੀਆਂ ਵੀ ਆ ਜਾਣਗੀਆਂ। ਤੇ ਜੋ ਮੰਗੇ ਠਾਕੁਰ ਆਪਣੇ ਤੇ। ਹੁਣ ਪਹਿਲੇ ਰਿਸ਼ੀ ਮੁਨੀ ਸੀ ਸ਼ਿਵ ਜੀ ਭਗਵਾਨ ਵਰਗੇ, ਹੋਰ ਜਿਹੜੇ ਗੋਰਖ ਵਰਗੇ ਕਿੰਨੇ ਸਾਲ ਚੌਂਕੜਾ ਮਾਰ ਕੇ ਬੈਠੇ। ਹੁਣ ਚੌਂਕੜਾ ਵੱਜਦਾ ਹੀ ਨਹੀਂ ਕਿਸੇ। ਮਸੀਂ ਆਪਾਂ ਤਕੜੇ ਹੋ ਕੇ 5-7 ਮਿੰਟ ਬਈਏ, ਸਰੀਰ ਹੀ ਇੱਦਾਂ ਦੇ ਹੋ ਗਏ। ਹਜੇ ਪੁਰਾਣੇ ਬਜ਼ੁਰਗ ਬਹਿ ਜਾਂਦੇ ਫਿਰ ਵੀ ਚੌਂਕੜਾ ਮਾਰ ਕੇ। ਜਿਹੜੇ ਨਵੇਂ ਮੁੰਡੇ ਆ ਨਾ, ਨਵੀਂ ਪੀੜ੍ਹੀ, ਇਹਨਾਂ ਨੂੰ ਕਈ ਵਾਰ ਵੇਖੀਦਾ ਨਾ ਮੁੰਡੇ ਕੁੜੀਆਂ ਤੇ ਹੋਰ ਤਰ੍ਹਾਂ ਬੈਠੇ ਹੁੰਦੇ। ਮੈਂ ਕਿਹਾ ਤੁਸੀਂ ਬੁੱਢੇ ਆ, ਬਹਿੰਦੇ ਨਹੀਂ ਚੌਂਕੜਾ ਮਾਰ ਕੇ? ਕਹਿੰਦੇ ਬਾਬਾ ਜੀ ਚੌਂਕੜਾ ਵੱਜਦਾ ਹੀ ਨਹੀਂ। ਆਪੋ ਸਤਨਾਮ ਵਾਹਿਗੁਰੂ। ਜਿਹਦਾ ਚੌਂਕੜਾ ਵੱਜਦਾ ਹੀ ਨਹੀਂ ਤੇ ਫਿਰ
ਉਹ ਭਗਤੀ ਕਿੱਥੋਂ ਕਰੂਗਾ? ਉਹਦੇ ਮੋਬਾਈਲ ਦੇ ਵਿੱਚ ਵੇਖ ਕੇ ਨਾ ਤਰੱਕੀ ਕਰ ਸਕਦਾ, ਵੀ ਆ ਵੀ ਨਹੀਂ ਹੋ ਸਕਦਾ, ਵੀ ਤੂੰ ਮਾਰ ਕੇ ਤਾਂ ਵੇਖ। ਇੱਕ ਮੈਨੂੰ ਕਹਿੰਦਾ ਜੀ ਬਾਬਾ ਸ਼੍ਰੀ ਚੰਦ ਜੀ ਨੇ ਨਾ ਕੋਈ ਵਧੀਆ ਨਹੀਂ ਜੀਵਨ, ਉਹ ਤਾਂ ਬਾਬੇ ਦੇ ਆਖੇ ਨਹੀਂ ਲੱਗੇ। ਮੈਂ ਕਿਹਾ ਵੀ ਚੱਲ ਤੂੰ ਮੇਰੇ ਆਖੇ ਲੱਗ ਜਾ। ਕਹਿੰਦਾ ਕੀ? ਮੈਂ ਕਿਹਾ 20 ਮਿੰਟ ਮੂਲ ਮੰਤਰ ਪੜ੍ਹੀਏ ਆਪਾਂ ਦੋਵੇਂ ਜਾਣੇ, ਤੂੰ ਵੀ ਬਹਿ ਜਾ ਮੈਂ ਵੀ ਬਹਿਣਾ ਏ। ਕਹਿੰਦੇ ਕੋਈ ਨਹੀਂ ਬਹਿ ਜਾਂਦੇ ਆ। 5 ਮਿੰਟ ਬਾਅਦ ਕਹਿੰਦਾ ਚੰਗਾ ਭਾਈ ਮੈਂ ਤਾਂ ਸੌਦਾ ਲਿਆਉਣਾ ਚੱਲਦਾ। ਮੈਂ ਕਿਹਾ ਵਾਹ ਹੋਏ ਤੇਰੇ, 20 ਮਿੰਟ ਤੇ ਮੂਲ ਮੰਤਰ ਨਹੀਂ ਪੜ੍ਹਿਆ ਤੇ ਨਿੰਦਿਆ ਉਹਦੀ ਕਰਨ ਲੱਗਾ ਜਿਹੜਾ 7-7 6-6 ਮਹੀਨੇ ਲਗਾਤਾਰ ਇੱਕੇ ਚੌਂਕੜੇ 'ਚ ਹੀ ਕੱਢ ਦਿੰਦਾ ਸੀ। ਆਖੋ ਸਤਿਨਾਮ ਵਾਹਿਗੁਰੂ। ਨਿੰਦਿਆ ਦਾ ਕੀ ਹੈ? ਮਹਾਂਪੁਰਖ ਕਹਿੰਦੇ 3 ਚੀਜ਼ਾਂ ਕਦੇ ਨਾ ਗਵਾਓ, ਸੇਵਾ, ਸਿਮਰਨ ਤੇ ਸਤ ਸੰਗ। ਜਿੱਥੇ ਮਿਲਦਾ ਭੱਜ ਕੇ ਲੈ ਲਓ ਤੇ ਤਿੰਨਾਂ ਨੂੰ ਕਦੇ ਨਾ ਬੁਲਾਓ। ਅਗਿਆਨੀ, ਸ਼ਰਧਾਹੀਨ ਤੇ ਜਿਹਦੇ ਅੰਦਰ ਪਰਮੇਸ਼ਰ ਲਈ ਭਾਵਨਾ ਨਹੀਂ, ਸ਼ੰਕਾਵਾਦੀ। 3 ਜਾਣਿਆਂ ਨਾਲ ਮੱਥਾ ਨਹੀਂ ਲਾਉਣਾ, ਸ਼ਰਧਾਹੀਨ, ਸ਼ੰਕਾਵਾਦੀ ਤੇ ਅਗਿਆਨੀ ਬੰਦਾ। ਕਿਉਂਕਿ ਉਹਨੇ ਤੇ ਚਵੜੀ ਕਰਨਾ, ਉਹਨੂੰ ਕੀ ਜੋ ਮਰਜ਼ੀ ਕਹੀ ਜਾਵੇ। ਗੱਲ ਤੇ ਸਵਾਦ ਤੇ ਤਾਂ ਜੇ ਕਮਾਈ ਕੀਤੀ ਹੋਵੇ। ਇਸ ਕਰਕੇ ਮਾਰੇ ਕਹਿੰਦੇ ਭਾਈ ਰੇ ਇੱਕ ਮਣ ਨਾ ਧਿਆਏ। ਕਿਤੇ ਬੈਠਾ ਇਕਾਗਰ ਹੋ ਕੇ, ਭਾਵੇਂ 2 ਮਿੰਟ ਹੀ ਬਹਿ, 4 ਓਨੇ ਮਿੰਟ ਕੋਈ ਫੁਰਨਾ ਨਾ ਆਵੇ, ਅੱਖਾਂ ਬੰਦ ਹੋਣ, ਸਾਹਮਣੇ ਕੋਈ ਚਿਹਰਾ ਨਜ਼ਰ ਆਵੇ ਆਪਣੇ ਗੁਰੂ ਦਾ, ਜਿਹੜਾ ਮਰਜ਼ੀ ਸੋਚ ਕੇ ਲਿਆ। ਕਿਉਂਕਿ ਏਕ ਹੈ ਅਨੇਕ ਹੈ, ਉਹ ਸਾਰੇ ਸਰੂਪਾਂ 'ਚ ਹੀ ਮਿਲ ਜਾਂਦਾ। ਜਿੱਦਾਂ ਸ਼ਿਵਦੱਤ ਨੇ ਉੱਥੇ ਕੰਢਾਂ ਦੇ ਉੱਤੇ ਗੰਗਾ ਦੇ ਆਖਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਮੈਨੂੰ ਰਾਮ ਰੂਪ ਹੋ ਕੇ ਦਰਸ਼ਨ ਦਿਓ। ਤੇ ਕਲਗੀਧਰ ਬਾਲਾ ਪ੍ਰੀਤਮ ਸੀ, ਮਹਾਰਾਜ ਨੇ ਉਸੇ ਰੂਪ 'ਚ ਦੇ ਦਿੱਤੇ। ਕਿਸੇ ਨੇ ਆਖਿਆ ਮੈਨੂੰ ਕ੍ਰਿਸ਼ਨ ਬਣ ਕੇ ਦਰਸ਼ਨ ਦੇ, ਉਹ ਤਾਂ ਕ੍ਰਿਸ਼ਨ ਬਣ ਕੇ ਦਰਸ਼ਨ ਦੇ ਤੇ ਸਾਡੇ ਵਾਲੇ ਕਲੇ ਪਾਈ ਫਿਰਦੇ। ਇਹ ਰਾਮ ਹੋਰ ਤੇ ਕ੍ਰਿਸ਼ਨ ਹੋਰ। ਗੁਰਬਾਣੀ ਕਹਿੰਦੀ ਤ੍ਰੇਤਾ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ, ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਣ ਪਾਇਓ। ਵੀ ਤੂੰ ਆਪ ਹੀ ਹੈ, ਤੇਰੇ ਸਾਰੇ ਰੂਪ। ਲੜਾਈ ਕਾਹਦੀ ਫਿਰ ਪਾਈ ਹੈ? ਲੜਾਈ ਪਾਈ ਹੈ ਸ਼ਰਾਰਤੀਆਂ ਨੇ। ਉੱਥੇ ਮਹਾਰਾਜ ਨੇ ਇਤਿਹਾਸ ਵੀ ਕਹਿੰਦਾ ਵੀ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ ਪੰਡਤ ਸ਼ਿਵਦੱਤ ਨੂੰ। ਤੇ ਤੁਸੀਂ ਵੀ ਨੇਤਰਬੰਦ ਕਰਕੇ ਜਿਹੜਾ ਚਿਹਰਾ ਤੁਹਾਨੂੰ ਪਸੰਦ ਆਉਂਦਾ ਉਹ ਅੱਖਾਂ ਸਾਹਮਣੇ ਲੈ ਕੇ ਆਨੰਦ ਹੀ ਮਾਨਣਾ ਜਾਂ ਟੱਪ ਸਕਣਾ। ਹੁਣ ਕਈ ਰੌਲਾ ਪਾਈ ਜਾਣਗੇ ਜੀ ਬਾਬੇ ਨਾਨਕ ਦੀ ਫੋਟੋ ਅਸਲੀ ਨਹੀਂ, ਨਕਲੀ ਹੈ, ਨਕਲੀ ਹੈ। ਮੈਂ ਕਿਹਾ ਜੋ ਭਾਵੇਂ ਨਕਲੀ ਹੈ, ਜਦੋਂ ਬਾਣੀ ਨੇ ਫੈਸਲਾ ਕਰਤਾ ਵੀ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ, ਵੀ ਕੋਈ ਦੱਸ ਹੀ ਨਹੀਂ ਸਕਦਾ। ਤੇ ਫਿਰ ਮੈਂ ਇਸੇ ਰੂਪ 'ਚ ਵੇਖਣਾ ਹੋਵੇ ਤੇ ਫਿਰ ਮੈਨੂੰ ਨਾ ਦਿਸੂਗਾ। ਜੇ ਭਗਤੀ ਕਰਨ ਵਾਲੇ ਜਿਹੜੇ ਰੂਪ ਦੇ ਵਿੱਚ ਉਹਨੂੰ ਵੇਖਣਾ ਚਾਹੁੰਦੇ ਸੀ ਉਸੇ 'ਚ ਉਹਨਾਂ ਨੂੰ ਮਿਲਿਆ, ਤੇ ਕੀ ਗੱਲ ਤੇਰੇ ਘਰੇ ਜਿਹੜਾ ਚਿੱਤਰ ਲੱਗਾ, ਜੇ ਤੂੰ ਇਸੇ ਰੂਪ 'ਚ ਬਾਪੂ ਨੂੰ ਵੇਖਣਾ ਤੇ ਤੈਨੂੰ ਨਾ ਮਿਲਿਆ। ਸਤਿਨਾਮ ਸ੍ਰੀ ਵਾਹਿਗੁਰੂ। ਝਗੜਾ ਹੀ ਖਤਮ ਹੋ ਜਾਣਾ। ਇਹ ਤਾਂ ਤੇਰੇ ਅੰਦਰ ਦੀ ਖੇਡ ਹੈ ਵੀ ਤੂੰ ਕਿਹੜੇ ਰੂਪ ਨਾਲ ਵੇਖਣਾ। ਹੁਣ ਇਹ ਸਾਹਮਣੇ ਭੈਣਾਂ ਬੈਠੀਆਂ, ਤੁਸੀਂ ਬੈਠੇ, ਇਹ ਮੇਰਾ ਅੰਦਰੀਆ। ਮੈਂ ਤੁਹਾਨੂੰ ਆਪਣੇ ਦਾਦੇ ਦੇ ਰੂਪ 'ਚ ਵੇਖਾਂ, ਭਾਪੇ ਦੇ ਰੂਪ 'ਚ ਵੇਖਾਂ, ਚਾਚੇ ਦੇ ਰੂਪ 'ਚ ਵੇਖਾਂ, ਮਿੱਤਰ ਦੇ ਰੂਪ 'ਚ ਵੇਖਾਂ, ਇਹ ਤਾਂ ਮੇਰੀ ਫਿਤਰਤ ਹੈ ਨਾ। ਤੁਸੀਂ ਤਾਂ ਬੈਠੇ ਹੀ ਆ। ਇਹ ਮੇਰੇ 'ਤੇ ਡਿਪੈਂਡ ਕਰਦਾ ਵੀ ਮੈਂ ਉਹਨੂੰ ਭੂਆ ਦੇ ਰੂਪ 'ਚ ਵੇਖਾਂ, ਇਸ ਬੀਬੀ ਨੂੰ ਮਾਸੀ ਦੇ ਰੂਪ 'ਚ ਵੇਖਾਂ, ਆਹ ਬੀਬੀ ਨੂੰ ਭੈਣ ਦੇ ਰੂਪ 'ਚ ਵੇਖਾਂ। ਤਾਂ ਮੇਰੀ ਫਿਤਰਤ ਹੈ, ਮੇਰੇ 'ਤੇ ਡਿਪੈਂਡ ਕਰਦਾ ਕਿ ਮੈਂ ਗਲਤ ਨਿਗਾਹ ਨਾਲ ਵੀ ਵੇਖ ਸਕਦਾ। ਆਖੋ ਸਤਿਨਾਮ। ਇਸੇ ਕਰਕੇ ਜਿਹਦੇ ਅੰਦਰ ਭਾਵਨਾ ਹੈ ਉਹ ਆਪਣੀ ਸੁਰਤੀ ਨੂੰ ਇਕਾਗਰ ਕਰੇ, ਤੇ ਜਿਹੜੇ ਵੀ ਰੂਪ 'ਚ ਉਹਨੂੰ ਸੋਹਣਾ ਲੱਗਦਾ ਉਸੇ ਰੂਪ ਵਿੱਚ ਮਹਾਰਾਜ ਮਿਲ ਪੈਂਦੇ ਹਨ। ਸੰਤਾਂ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ। ਕਹਿੰਦੇ ਸਾਧੂਆਂ ਦੀ ਸੰਗਤ ਕਰਿਆ ਕਰ ਜੇ ਮਿਲਣਾ ਹੀ ਤੇ। ਜਪ ਰਾਮ ਨਾਮ ਸੁਖ ਪਾਏ। ਬਹੁਤਾ ਹੀ ਸੁਖ ਪ੍ਰਾਪਤ ਹੋਵੇਗਾ ਜਿੱਦਣ ਤੂੰ ਜਪਣ ਲੱਗ ਪਿਆ। ਅਜੇ ਤੇ ਆਪਾਂ ਪਹਿਲੀ ਕਲਾਸ ਵਾਲੇ ਬਣੀ ਆ, ਅਜੇ ਤੇ ਬਹਿਣਾ ਉੱਠਣਾ ਹੀ ਸਿਖਾਉਂਦਾ ਹੈ ਸਾਰੇ ਜਾਣੇ। ਤਾਂ ਬੱਚਾ ਨਵਾਂ ਸਕੂਲੇ ਭੇਜੀਦਾ ਨਿੱਕਾ ਜਿਹਾ ਕਿ ਅਜੇ ਬਹਿਣਾ ਉੱਠਣਾ। ਅਸੀਂ ਅਜੇ ਬਹਿਣਾ ਉੱਠਣਾ ਹੀ ਸਿੱਖਣ। ਪੜ੍ਹਾਈ ਤੇ ਬੜੀ ਦੂਰ ਆ। ਜੇ ਕਹੀਏ ਨਾ ਵੀ ਗੁਰਦੁਆਰੇ ਦੇ ਅਰਥ ਕੀ ਹੈ, ਕਥਾ ਕੀਰਤਨ, ਇਹ ਤੇ ਬਹੁਤ ਮਹਿੰਗੀ ਚੀਜ਼ ਹੈ। ਇਹ ਤੇ ਮੇਰੇ ਕੋਲ ਵੀ ਨਹੀਂ ਹੈ ਜਿਹੜਾ ਤੁਹਾਨੂੰ ਦੱਸ ਰਿਹਾ। ਅਸਲ ਵਿੱਚ ਇਹ ਬਹੁਤ ਮਹਿੰਗੀ ਵਸਤੂ ਹੈ। ਆਪਾਂ ਅਜੇ ਪਹਿਲੀ ਕਲਾਸ 'ਚ ਬਣੀ ਆਏ, ਅਜੇ ਆਪਾਂ ਬਹਿ ਨਹੀਂ ਸਕਦੇ। ਹਜੇ ਆਪਾਂ ਉਹਨਾਂ ਬੱਚਿਆਂ ਜਾਂ ਵੀ ਜਿਹੜੇ 2-4 ਮਿੰਟ ਸਕੂਲੇ ਜਾਂਦੇ ਰੋ ਕੇ ਆ ਜਾਂਦੇ।
ਹਜੇ ਆਪਣਾ ਚੌਂਕੜਾ ਨਹੀਂ ਲੱਗਦਾ, ਕੋਈ ਆਪਣੀ ਸੁਰਤ ਨਹੀਂ ਟਿਕਦੀ, ਕੋਈ ਆਪਣੇ ਚਿਹਰੇ ਤੇ ਨੂਰ ਨਹੀਂ, ਕੋਈ ਆਪਾਂ ਨੂੰ ਅਜੇ ਗਿਆਨ ਨਹੀਂ ਆਇਆ। ਜਦੋਂ ਜੀ ਕਰਦਾ ਬਹਿ ਜਾਂਦੇ ਆ, ਜਦੋਂ ਮਨ ਕਰਦਾ ਉੱਠ ਕੇ ਚੱਲ ਜਾਂਦੇ ਆ। ਜੇ ਤੇ ਵਧੀਆ ਲੱਗੂ ਕਹਿੰਦੇ ਭਾਈ ਸਾਹਿਬ ਅੱਜ ਵਧੀਆ ਸੀ, ਕੱਲ ਨੂੰ ਨਹੀਂ ਵਧੀਆ, ਉਹਨੂੰ ਕਹਿੰਦੇ ਰਸ ਮਾਨਣੇ, ਦੁਨਿਆਵੀ ਕੰਨ ਰਸ ਜਿਹਨੂੰ ਕਹਿੰਦੇ। ਤੇ ਜਿੱਦਣ ਸੱਚੀ ਸਮਾਧੀ ਹੋਈ ਉਦਣ ਪਿਆਰ ਬਣ ਜਾਣਾ। ਆਖੋ ਸਤਨਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਆਪਾਂ ਪਹਿਲੀ ਕਲਾਸ ਵਾਲੇ ਹੀ ਹਾਂ, ਹਜੇ ਤੇ ਮਹਾਰਾਜ ਦੇ ਮੱਥੇ ਮੁੱਥੇ ਲੱਗਣ ਆਈਦਾ ਵੀ ਚੱਲ ਝੱਟ ਦਰਸ਼ਨ ਕਰ ਆਈਏ, ਮਹਾਰਾਜ ਦੀ ਪਰਿਕਰਮਾ ਕਰ ਰਹੀਏ, ਕਿਤੇ ਭਲਾ ਹੋ ਜੇ। ਪੜ੍ਹਾਈ ਤਾਂ ਬੜੀ ਔਖੀ ਹੈ, ਸੰਤਾਂ ਸਾਧੂਆਂ ਮਹਾਂਪੁਰਖਾਂ ਨੇ ਡਿਗਰੀਆਂ ਕੀਤੀਆਂ ਏ, ਤੇ ਗੁਰੂ ਅਮਰਦਾਸ ਜੀ ਨੂੰ ਵੀ ਮਹਾਂਪੁਰਖ ਹੀ ਮਿਲਿਆ ਸੀ ਜਿਹਨੇ ਦੱਸਿਆ ਬਾਬਾ ਨੂੰ ਗੁਰਾ ਹੀ ਹੈ। ਤਾਂ ਕਰਕੇ ਅੱਜ ਗੁਰੂ ਅਮਰਦਾਸ ਜੀ ਕਹਿੰਦੇ ਸੰਤਾਂ ਸੰਗਤ ਮਿਲ ਰਹੇ, ਕਹਿੰਦੇ ਸਿੱਧ ਪੁਰਸ਼ਾਂ ਦੀ ਸੰਗਤ ਕਰਿਆ ਕਰ, ਕਮਾਈ ਵਾਲਿਆਂ ਦੀ ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਗੁਰਮੁਖ ਸਦਾ ਸੁਹਾਗਣੀ, ਪਿਰ ਰਾਖਿਆ ਔਰ ਧਾਰ। ਇਹ ਪਹਿਲਾ ਸ਼ਬਦ ਸ਼ੁਰੂ ਹੋਇਆ ਸੀ ਦੁਹਾਗਣ ਤੋਂ, ਛੁੱਟੜ ਤੋਂ, ਵੀ ਜਿਹੜੀ ਔਰਤ ਦਾ ਕੋਈ ਵਾਲੀ ਵਾਰਸ ਨਹੀਂ, ਮੰਦ ਕਰਮ ਕਰਦੀ। ਹੁਣ ਰਹਾਉ ਤੋਂ ਬਾਅਦ ਸ਼ਬਦ ਦੀ ਬਖਸ਼ਿਸ਼ਵਰੀ, ਹੁਣ ਗੁਰਮੁਖ ਸਦਾ ਸੁਹਾਗਣੀ। ਉੱਥੇ ਮਨਮੁਖ ਸੀ, ਹੁਣ ਗੁਰਮੁਖ ਦੀ ਗੱਲ ਹੋਣ ਲੱਗੀ। ਕਹਿੰਦੇ ਜਿਹੜੇ ਗੁਰਮੁਖ ਨੇ ਉਹ ਸਦਾ ਸੁਹਾਗਣ ਭਾਵ ਮਾਲਕ ਵਾਲੇ ਨੇ, ਪਿਰ ਰਾਖਿਆ ਔਰ ਧਾਰ, ਉਹਨਾਂ ਦੇ ਹਿਰਦੇ 'ਚ ਸਦਾ ਹੀ ਪਰਮੇਸ਼ਰ ਟਿਕ ਜਾਂਦਾ ਹੈ। ਮਿੱਠਾ ਬੋਲੇ ਨਿਵ ਛਲੇ, ਸਿਜੈ ਰਵੇ ਪਤਾਰ। ਕਹਿੰਦੇ ਨਿਸ਼ਾਨੀ ਕੀ ਉਹਨਾਂ ਦੀ? ਮਿੱਠਾ ਬੋਲੇ, ਉਹ ਜਦੋਂ ਵੀ ਬੋਲਦੇ ਆ ਮਿੱਠਾ ਬੋਲਦੇ ਆ। ਤੇ ਦੂਜਾ ਨਿਵ ਚੱਲੇ, ਨੀਵੇਂ ਬਣ ਕੇ ਚੱਲਦੇ ਦੁਨੀਆ 'ਚ, ਏਦਾਂ ਹੱਥ ਜੋੜੇ, ਨਿਮਰਤਾ। ਆਪਣੇ 'ਚ ਦੋਵੇਂ ਚੀਜ਼ਾਂ ਨਹੀਂ, ਨਾ ਤੇ ਆਪਣੇ 'ਚ ਨਿਮਰਤਾ ਹੀ ਅਤੇ ਨਾ ਆਪਾਂ ਮਿੱਠਾ ਹੀ ਬੋਲੀਦਾ, ਆਪਾਂ ਤੇ ਵੱਖੀਓਂ ਬੋਲੀਦਾ ਜੇ ਤੇ ਕਿਤੇ ਪੰਗਾ ਪੈ ਜੇ। ਪਰ ਮਾਰੇ ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਆ ਵਾਕੇ ਮਿੱਠਾ ਬੋਲੇ, ਨਿਵ ਚੱਲੇ, ਸੇਜੈ ਰਵੇ ਪਧਾਰ। ਕਹਿੰਦੇ ਉਹ ਫਿਰ ਰੋਜ਼ ਪਰਮੇਸ਼ਰ ਉਹਨਾਂ ਦੀ ਸੇਜ ਤੇ ਆਨੰਦ ਮਾਣਦੇ ਨੇ। ਉਹ ਆਉਂਦਾ ਹੈ, ਹਰ ਵੇਲੇ ਉਹਨਾਂ ਦੇ ਨਾਲ ਰਹਿੰਦਾ ਹੈ। ਸ਼ੋਭਾਵੰਤੀ ਸੁਹਾਗਣੀ, ਜਿਨ ਗੁਰ ਕਾ ਹਿਤ ਪਾਰ। ਕਹਿੰਦੇ ਉਹਨਾਂ ਨੂੰ ਫਿਰ ਸੋਭਾ ਮਿਲਦੀ ਹੈ, ਸੁਹਾਗ ਜਿਨ੍ਹਾਂ ਦਾ ਮਾਲਕ ਨਾਲ ਹੋਵੇ, ਜਿਨ ਗੁਰ ਕਾ ਹਿਤ ਅਪਾਰ, ਜਿਨ੍ਹਾਂ ਦਾ ਗੁਰੂ ਦੇ ਪ੍ਰਤੀ ਅਥਾਹ ਪਿਆਰ ਹੈ, ਜਿਹਦੀ ਕੋਈ ਗਿਣਤੀ ਮਿਣਤੀ ਨਹੀਂ ਹੋ ਸਕਦੀ। ਪੂਰੇ ਭਾਗ ਸਤਿਗੁਰ ਮਿਲੇ, ਜਾਂ ਭਾਗੇ ਕਾ ਉਦੋ ਹੋਏ। ਔਰ ਕਹਿੰਦੇ ਜਦੋਂ ਭਾਗ ਜਾਗੇ ਨਾ ਤੇਰਾ, ਉਦੋਂ ਮਿਲਾਪ ਹੋਣਾ ਪਿਆਰੇ ਦਾ। ਕਿ ਕਿਹੜੇ ਵੇਲੇ ਕੋਈ ਭਾਗ, ਕਹਿੰਦੇ ਵਡਭਾਗੀ ਪ੍ਰਭ ਸੰਗਤ ਪਾਵੇ। ਆ ਤੁਸੀਂ ਜਿੰਨੇ ਵੀ ਸੰਗਤ ਕਰ ਰਹੇ ਤੁਹਾਡੇ ਭਾਗ ਜਾਗ ਪਏ, ਕਿਤੇ ਪੁੱਤ ਹੈ ਦਿਨ ਕਹਿ ਪੁੰਨ ਹੈ। ਬਹੁਤ ਵੱਡੇ ਕੋਈ ਕਰਮ ਕਿਤੇ ਨੇਕ ਹੋਏ ਜਿਹੜੇ ਅੱਜ ਗੁਰੂ ਸਾਹਿਬ ਦਾ ਪਿਆਰ ਮਿਲ ਰਿਹਾ ਹੈ। ਅੰਤਰੋਂ ਦੁਖ ਬ੍ਰਹਮ ਕਟਿਐ, ਸੁਖ ਪ੍ਰਾਪਤ ਹੋਏ। ਕਹਿੰਦੇ ਉਹਨਾਂ ਦੇ ਅੰਦਰੋਂ ਜਿਹੜੇ ਦੁੱਖ ਨੇ ਭਰਮ ਨੇ ਕੱਟੇ ਜਾਂਦੇ ਹਨ ਤੇ ਸੁਖ ਪ੍ਰਾਪਤ ਹੋਏ। ਉਹਨਾਂ ਨੂੰ ਫਿਰ ਆਨੰਦ ਆਉਣ ਲੱਗ ਪੈਂਦਾ, ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਕੈ ਬਾਣੇ ਜੋ ਚੱਲੈ, ਦੁੱਖ ਨਾ ਪਾਵੈ ਕੋਈ। ਕਹਿੰਦੇ ਜਿਹੜਾ ਭਾਣਾ ਮੰਨਣਾ ਸਿੱਖ ਲੈਂਦਾ ਨਾ, ਉਹਨੂੰ ਦੁੱਖ ਨਹੀਂ ਮਿਲਦਾ। ਜਦੋਂ ਭਾਣਾ ਹੀ ਮੰਨ ਲਿਆ ਫਿਰ ਦੁੱਖ ਕਾਹਦਾ? ਦੁਖੀ ਆਪਾਂ ਉਦੋਂ ਹੋਣੇ ਜਦੋਂ ਭਾਣੇ 'ਚ ਨਹੀਂ ਆਉਂਦੇ। ਹੁਣ ਮੰਨ ਲਓ ਆਪਾਂ ਨੂੰ ਕੋਈ ਚੀਜ਼ ਮਿਲ ਨਹੀਂ ਰਹੀ, ਜੇ ਤੇ ਭਾਣਾ ਮੰਨ ਲਿਆ ਵੀ ਸਤਿਗੁਰੂ ਤੇਰੀ ਮਰਜ਼ੀ, ਆਪੇ ਹੱਸ ਪਏ। ਤੇ ਜੇ ਆਪਾਂ ਟੈਨਸ਼ਨ ਲੈ ਲਈ ਵੀ ਮਹਾਰਾਜ ਇਹ ਕੰਮ ਬਣਿਆ ਨਹੀਂ, ਉਹ ਦੁੱਖ ਬਣ ਜਾਣਾ ਤੁਹਾਡਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਭਾਣਾ ਸਮਝ ਲਓ। ਹੁਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੀ ਨਹੀਂ ਸੀ ਕਰ ਸਕਦੇ? ਸ੍ਰਿਸ਼ਟੀ ਦਾ ਮਾਲਕ ਸੀ, ਕੀ ਨਹੀਂ ਸੀ ਕਰ ਸਕਦਾ? ਪਰ ਭਾਣਾ ਮੰਨ ਕੇ ਤਤੀ ਤਵੀ ਤੇ ਬਹਿ ਗਿਆ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜਿਹੜੇ 1.25 ਲੱਖ ਦੇ ਨਾਲ ਇੱਕ ਲੜਾ ਸਕਦੇ ਹੈ, ਕੀ ਨਹੀਂ ਸੀ ਕਰ ਸਕਦੇ? ਆਪਣੀ ਮਾਂ ਨੂੰ ਨਹੀਂ ਬਚਾ ਸਕਦੇ? ਕੀ ਆਪਣੇ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਨਹੀਂ ਬਚਾ ਸਕਦੇ ਸੀ? ਬਚਾ ਸਕਦੇ ਸੀ, ਪਰ ਕੀ ਭਾਣਾ ਮੰਨਿਆ। ਉਹਨਾਂ ਨੂੰ ਪਤਾ ਸੀ ਮੇਰੇ ਬੱਚੇ ਆਉਣ ਵਾਲੇ ਸਮੇਂ 'ਚ ਜਦੋਂ ਦੁਖੀ ਹੋਣਗੇ ਨਾ, ਇਹ ਮੈਨੂੰ ਚੇਤਾ ਕਰਕੇ ਭਾਣਾ ਮੰਨ ਲੈਣਗੇ।
ਹੁਣ ਆਪਣੇ ਨਾਲ ਕੋਈ ਵੀ ਸੱਟ ਵੱਜਦੀ ਬੰਦੇ ਨੂੰ, ਜ਼ਿੰਦਗੀ 'ਚ ਵਾਧੇ ਘਾਟੇ ਹੁੰਦੇ ਰਹਿੰਦੇ, ਫਿਰ ਬੰਦਾ ਗੁਰੂ ਨੂੰ ਯਾਦ ਕਰਕੇ ਕਹਿੰਦਾ ਕੋਈ ਨਹੀਂ, ਜਰ ਲਓ, ਸਾਡੇ ਗੁਰੂਆਂ ਪੀਰਾਂ ਨੇ ਜਰਿਆ, ਆ ਗਿਆ ਨਾ ਸਕੂਨ। ਤੇ ਜੇ ਟੈਨਸ਼ਨ ਲੈ ਲਈ ਤੇ ਬਸ ਦੂਜੇ ਦਿਨ ਤੋਂ ਬਿਮਾਰ ਹੋਏ, ਮੰਜੀ ਤੇ ਪੈ ਜਾਣਾ। ਭਾਣੇ ਦੇ ਵਿੱਚ ਬੜਾ ਨਜ਼ਾਰਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਕਹਿੰਦੇ ਭਾਣਾ ਜਿਹੜਾ ਗੁਰੂ ਸਾਹਿਬ ਨੇ ਵੀ ਮੰਨਿਆ, ਸ੍ਰਿਸ਼ਟੀ ਦਾ ਮਾਲਕ ਹੋਵੇ, ਹੈ ਜਿਹੜੀਆਂ ਖੇਡਾਂ ਖੇਡਦਾ ਹੋਵੇ, ਗੋਦਾਵਰੀ ਦੇ ਵਿੱਚੋਂ ਜਿਹੜਾ ਹੀਰਿਆਂ ਦੀ ਨਦੀ ਵਗਾ ਸਕਦਾ, ਤੇ ਉਹਦੇ ਪੁੱਤਰਾਂ ਵਾਸਤੇ ਸੰਸਕਾਰ ਲਈ ਥਾਂ ਵੀ ਮੁੱਲ ਲੈ ਰਿਹਾ, ਇਹ ਭਾਣਾ ਹੀ ਆ। ਤੇ ਹੋਰ ਕੀ ਹੈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦੇਣ ਵਾਲਾ ਹੈ, ਬੜੇ ਵਰਗਾ ਬਾਦਸ਼ਾਹੀਆਂ ਬਖਸ਼ਣ ਵਾਲਾ ਨਾ, ਕਹਿੰਦੇ ਉਹ ਘਰ ਹੈ ਜਿੱਥੇ ਟੁੱਟੀਆਂ ਹੋਈਆਂ ਸੁਰਤਾਂ ਜੁੜਦੀਆਂ ਨੇ, ਇਹ ਉਹ ਘਰ ਹੈ ਜਿੱਥੇ ਡਿੱਗਿਆਂ ਨੂੰ ਸਹਾਰੇ ਮਿਲਦੇ ਨੇ, ਇਹ ਉਹ ਘਰ ਹੈ ਜਿੱਥੇ ਰਿੜਦਿਆਂ ਨੂੰ ਆਸਰਾ ਮਿਲਦਾ ਏ, ਇਹ ਉਹ ਘਰ ਹੈ ਓਏ ਜਿੱਥੇ ਮੰਗਤਿਆਂ ਨੂੰ ਬਾਦਸ਼ਾਹੀਆਂ ਮਿਲਦੀਆਂ ਨੇ, ਇਹ ਉਹ ਘਰ ਹੈ ਜਿੱਥੇ ਅੱਖਾਂ ਦੇ ਅੰਨ੍ਹਿਆਂ ਨੂੰ ਗਿਆਨ ਰੂਪੀ ਚਾਨਣਾ ਮਿਲਦਾ ਹੈ। ਮੈਂ ਕਿਵੇਂ ਛੱਡ ਦੇਵਾਂ ਕੋ ਸਤਨਾਮ ਵਾਹਿਗੁਰੂ। ਵੱਡਾ ਘਰ ਹੈ ਵੱਡੇ ਦਾ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਈ। ਕਹਿੰਦੇ ਗੁਰੂ ਦੇ ਭਾਣੇ 'ਚ ਅੰਮ੍ਰਿਤ ਹੀ ਆ, ਪਰ ਹੌਲੀ ਹੌਲੀ ਪ੍ਰਾਪਤ ਹੁੰਦਾ, ਸਹਿਜ ਰੂਪੀ ਆਨੰਦ ਹੀ ਬਣ ਜਾਂਦਾ। ਹੁਣ ਕੋਈ ਵੀ ਚੀਜ਼ ਕਹਿ ਲਓ, ਮੰਨ ਲਓ ਸੁੱਕੀ ਰੋਟੀ ਆ, ਤੇ ਬੰਦਾ ਲਾਗੇ ਵਾਲੇ ਦੀ ਚੋਪੜੀ ਵੇਖ ਕੇ ਸੜੀ ਜਾਂਦਾ ਵੀ ਇਹ ਚੋਪੜੀ ਖਾਣ ਦਿਆ, ਪਨੀਰ ਨਾ ਖਾਣ ਦਿਆ, ਦਹੀਂ ਲੱਸੀ ਨਾ, ਤੇ ਜੇ ਉਹ ਹੀ ਚੀਜ਼ ਭਾਣੇ 'ਚ ਬਦਲ ਗਈ ਤੇ ਫਿਰ ਆਪਾਂ ਕਹਿਣਾ ਵਾਹਿਗੁਰੂ, ਹੇ ਅਕਾਲ ਪੁਰਖ ਤੇਰਾ ਭਾਣਾ ਵਾ। ਉਹੋ ਹੀ ਰੋਟੀ ਜਿਹੜੀ ਹੈ ਨਾ, ਉਹ ਤੁਹਾਡਾ ਰਸ ਬਣ ਜਾਣੀ ਹੈ ਨਾ। ਆ ਨਿੱਕੇ ਹੁੰਦੇ ਸੀ ਨਾ, ਕਈ ਬੱਚਿਆਂ ਨੂੰ ਆਦਤ, ਜੋ ਵੀ ਖਾਣਗੇ ਸੜ ਕੇ ਖਾਂਦੇ, ਰੋ ਕੇ, ਉਹ ਫਿਰ ਸੜੇ ਜਿਹੇ ਰਹਿ ਜਾਂਦੇ, ਉਹਨਾਂ ਨੂੰ ਲੱਗਦਾ ਕੁਝ ਨਹੀਂ, ਆਮ ਹੀ ਗੱਲ। ਤੇ ਉਹ ਮਾਤਾ ਨੇ ਕਹਿਣਾ ਵੀ ਇਹ ਦੁੱਧ ਪੀਂਦਾ ਸੜ ਕੇ, ਰੋਟੀ ਖਾਂਦਾ ਲੂਸ ਕੇ, ਇਹਨੂੰ ਲੱਗਣਾ ਕੀ ਸਵਾਏ ਵੀ ਇਹ ਹਰ ਚੀਜ਼ ਤੇ ਸੜ ਭੁੱਜ ਕੇ ਖਾਂਦਾ। ਇਹ ਸੱਚਾਈ ਸੀ। ਜਦੋਂ ਆਪਾਂ ਕੱਪੜਾ ਪਾਉਣੇ ਆ, ਰੋਟੀ, ਕੋਈ ਚੀਜ਼ ਆਪਾਂ ਜਦੋਂ ਸੜਦੇ ਆ, ਸੜਨ ਦੇ ਵਿੱਚ ਕੀ ਹੈ, ਸਾੜਾ। ਜਦੋਂ ਬੰਦਾ ਭਾਣੇ ਵੱਲ ਨੂੰ ਵੇਂਦਾ ਨਾ, ਹੁਣ ਮੰਨ ਲਓ ਮੇਰਾ ਕੱਚਾ ਕਮਰਾ ਤੇ ਲਾਗੇ ਵਾਲੇ 2 ਮੰਜ਼ਲੀ ਪਾਈ ਹੈ, ਜੇ ਤੇ ਹੁਣ ਮੈਂ ਉਹਦੀ 2 ਮੰਜ਼ਲੀ ਵੇਖੂੰ ਤੇ ਮੈਨੂੰ ਸਾੜਾ ਪੈਦਾ ਹੋਣਾ, ਮੈਂ ਸੜੀ ਜਾਣਾ ਦਿਨੇ ਰਾਤ। ਮੈਂ ਕਹਿਣਾ ਸਾਨੂੰ ਰੱਬ ਨੇ ਦਿੱਤਾ ਨਹੀਂ, ਇਹਨਾਂ ਕੋਲ ਪਤਾ ਨਹੀਂ ਕਿੱਥੋਂ ਆਇਆ। ਤੇ ਜੇ ਇੱਧਰ ਗੁਰੂ ਸਾਹਿਬ ਦੀ ਸੁਣੀਏ, ਭਾਣਾ ਮੰਨੀਏ, ਤੇ ਫਿਰ ਕਹਿਣਾ ਮਹਾਰਾਜ ਤੇਰੀ ਰਜਾ, ਗਰੀਬ ਕੁੱਲੀ 'ਚ ਬੈਠਾ, ਉੱਥੇ ਹਾਸਾ ਨਿਕਲ ਆਉਣਾ, ਅੰਦਰ ਨੂੰ ਸੁੱਖ ਮਿਲ ਜਾਣਾ। ਕੀ ਹੈ ਬਾਣੀ ਦੀ ਅਰਥ? ਇਹੀ ਹੈ। ਮੰਨ ਲਓ ਮੇਰਾ ਕੁੜਤਾ ਪਾਟਾ ਵਾ ਤੇ ਲਾਗੇ ਵਾਲੇ ਨੇ 25-26 ਹਜ਼ਾਰ ਦਾ ਸੂਟ ਪਾਇਆ, ਜੇ ਮੈਂ ਉਹਨੂੰ ਉਸ ਦ੍ਰਿਸ਼ਟੀ ਨਾਲ ਵੇਖੂੰਗਾ ਤੇ ਮੈਂ ਸੜਨ ਲੱਗ ਪੈਣਾ। ਜੇ ਮੈਂ ਆਖੂੰਗਾ ਕੋਈ ਨਹੀਂ ਮਹਾਰਾਜ, ਉਹਨੂੰ ਤੂੰ ਪਵਾਇਆ, ਮੈਨੂੰ ਵੀ ਤੇ ਤੂੰ ਹੀ ਪਵਾਇਆ ਏ। ਜਦੋਂ ਬੰਦਾ ਭਾਣੇ ਜੀ, ਹੁਣ ਕਿਸੇ ਦਾ ਜਵਾਨ ਪੁੱਤ ਮਰਿਆ ਤੇ ਜੇ ਉਹ ਬੰਦਾ ਸੋਚਾਂ 'ਚ ਪੈ ਜੇ ਤੇ ਉਹ ਖਤਮ ਹੋ ਜੂ, ਉਹ ਕਿਉਂ ਜੀ ਰਿਹਾ? ਉਹ ਕਹਿੰਦਾ ਕੋਈ ਨਹੀਂ ਜੀ, ਰੱਬ ਦਾ ਭਾਣਾ ਮੰਨਣਾ ਹੀ ਪੈਣਾ ਹੈ। ਭਾਣੇ 'ਚ ਬੜਾ ਨਜ਼ਾਰਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ। ਭਾਣਾ ਜਿਹੜਾ ਬੰਦਾ ਸਿੱਖ ਲੈਂਦਾ ਨਾ ਮੰਨਣਾ, ਉਹਨੂੰ ਸੁੱਕੀ ਰੋਟੀ ਵੀ ਛੱਤੀ ਪਦਾਰਥ ਲੱਗਦੀ ਹੈ। ਤੇ ਜਿਹਨੇ ਭਾਣਾ ਨਹੀਂ ਮੰਨਣਾ, ਉਹਨੇ ਫਿਰ ਲੂਸੀ ਜਾਣਾ, ਸੜੀ ਜਾਣਾ, ਸਰੀਰ ਨੂੰ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ। ਜਿਨਾ ਪ੍ਰਾਪਤ ਤਿਨ ਪੀਆ, ਹਉਮੈ ਵਿੱਚ ਹਾਂ ਖੋਈ। ਕਹਿੰਦੇ ਜਿਨ੍ਹਾਂ ਨੂੰ ਮਹਾਰਾਜ ਨੇ ਛਕਾਇਆ ਨਾ ਇਹ ਭਾਣੇ ਦਾ ਰਸ, ਇਹ ਅੰਮ੍ਰਿਤ ਰੂਪੀ ਨਾਮ, ਉਹ ਹੀ ਪੀ ਸਕਦੇ, ਵਿੱਚੋਂ ਹਉਮੈ ਮੁੱਕ ਜਾਂਦੀ ਹੈ। ਨਾਨਕ ਗੁਰਮੁਖ ਨਾਮ ਧਿਆਈਏ, ਸੱਚ ਮਿਲਾਵਾ ਹੋਏ। ਕਹਿੰਦੇ ਰੱਬ ਦੇ ਪਿਆਰੇ ਨਾਮ ਤੇ ਆਉਂਦੇ ਗੁਰਮੁਖ, ਜਿਹਦੇ ਨਾਲ ਸੱਚ ਮਿਲਾਵਾ ਹੋਏ। ਸੱਚ ਕੀ? ਪਰਮੇਸ਼ਰ ਹੈ। ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ, ਦੀਦਾਰ ਹੋ ਜਾਂਦੇ ਹਨ, ਉਹਦਾ ਤਰਸ ਹੋ ਜਾਂਦਾ ਹੈ ਸਾਡੇ ਉੱਤੇ, ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸੋ ਮਹਾਰਾਜ ਜੀ ਦੇ ਸ਼ਬਦ ਵਿਚਾਰ ਕਰਕੇ ਭੁੱਲਾਂ ਚੁੱਕਾਂ ਨੂੰ ਆਪ ਜੀ ਦੀ ਖਿਦਮਤ ਵਿੱਚ, ਸੇਵਾ ਵਿੱਚ ਜੋੜੇ ਝਾੜਦੇ ਹਾਂ, ਬੇਅੰਤ ਭੁੱਲਾਂ ਹੋਈਆਂ, ਆਪ ਜੀ ਬਖਸ਼ ਲੈਣਾ, ਬਖਸ਼ ਲੈਣਾ, ਬਖਸ਼ ਲੈਣਾ ਜੀ।
सतगुरु महाराज कृपा रहम दया करना, बुद्धि नूं होर बख्शिश देण, बल देण, आप दी सिद्ध आप ही करा लैण। आप अपनी बुद्ध है जेती, मन्नत भिन्न भिन्न, तुमरा लखा ना जाए पसारा। किह बिद सजा कहते कोई नहीं जान सकता कि तू किद्दां संसार बनाया, की खेड़ रचाई है। वाहिगुरू